'ਚ ਵੀ ਚਿੰਤਨ ਤੇ ਮਨਨ ਚੱਲਦਾ ਰਹਿੰਦਾ ਹੈ। ਮਨੁੱਖ ਜਿਹੜਾ ਆ ਉਹ ਲਿਖਦਾ ਪੜ੍ਹਦਾ ਰਹਿੰਦਾ ਆ। ਸੋ ਸਾਹਿਤ ਅਕੈਡਮੀ ਦੇ ਇਸ ਮੰਚ ਤੇ ਜਿਹੜਾ ਮੈਂ ਤੁਹਾਡਾ ਸਭ ਦਾ ਸਵਾਗਤ ਵੀ ਕਰਦੀ ਹਾਂ, ਔਰ ਮੈਨੂੰ ਉਮੀਦ ਹੈ ਕਿ ਅਸੀਂ ਜਿਹੜੇ ਅਗਲੇ ਸਮੇਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਜਿਹੜੇ ਨੇ ਉਹ ਇਸੇ ਤਰ੍ਹਾਂ ਜਾਰੀ ਰੱਖਾਂਗੇ। ਇੱਕ ਮੈਨੂੰ ਇਹਦਾ ਫਾਇਦਾ ਵੀ ਲੱਗਦਾ ਆ ਕਿ ਅਸੀਂ ਦੂਰ ਦਰਾਡੇ ਬੈਠੇ ਵੀ, ਹੁਣ ਚਾਹੇ ਕੋਈ ਵਿਦੇਸ਼ 'ਚ ਵੀ ਬੈਠਾ ਹੋਵੇ, ਉਹ ਵੀ ਸਾਡੇ ਨਾਲ ਇਸ ਮੰਚ ਤੇ ਸ਼ਾਮਲ ਹੋ ਸਕਦਾ ਹੈ। ਉਹ ਮਜ਼ਾ ਤੇ ਨਹੀਂ ਆਉਂਦਾ ਜੋ ਇੱਕ ਦੂਜੇ ਨੂੰ ਸਾਹਮਣੇ ਮਿਲ ਕੇ ਖਲੂਸ ਉਹ ਅਹਿਸਾਸ ਦੇ ਨਾਲ ਅਸੀਂ ਪ੍ਰਾਪਤ ਕਰਦੇ ਸੀ, ਪਰ ਫਿਰ ਵੀ ਕੁਝ ਨਾ ਹੋਣ ਨਾਲੋਂ ਕੁਝ ਹੋਣਾ ਚੰਗਾ ਹੁੰਦਾ ਹੈ। ਸੋ ਮੈਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਇਸ ਮਾਧਿਅਮ ਰਾਹੀਂ ਕਰਾਂਗੇ। ਜਿਵੇਂ ਕਿ ਪਿਛਲੇ ਇਹ ਵਾਲਾ ਜਿਹੜਾ ਸਮਾਂ ਸੀ, ਉਹਦੇ 'ਚ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਅਸੀਂ 500 ਸਾਲਾ ਸ਼ਤਾਬਦੀ, 550 ਸਾਲਾ ਸ਼ਤਾਬਦੀ ਸਮਾਰੋਹ ਮਨਾਏ, ਬਹੁਤ ਸਾਰੇ ਪ੍ਰੋਗਰਾਮ ਹੋਏ। ਇਸੇ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਦੀ ਵੀ 100 ਸਾਲਾ ਸ਼ਤਾਬਦੀ, ਇਸ ਵਾਰ ਹੁਣ ਸੰਤੋਖ ਸਿੰਘ ਧੀਰ ਜੀ ਦੀ ਵੀ ਹੈ, ਡਾਕਟਰ ਹਰਭਜਨ ਸਿੰਘ ਜੀ ਦੀ ਵੀ 100 ਸਾਲਾ ਜਿਹੜਾ ਅਸੀਂ ਮਨਾਇਆ ਹੈ, ਔਰ ਅੱਗੋਂ ਵੀ ਉਹਦੇ ਬਾਰੇ ਪ੍ਰੋਗਰਾਮ ਕਰਾਂਗੇ। ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਜਿਹੜਾ ਹੈ, ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਉਹਨਾਂ ਬਾਰੇ ਬਹੁਤ ਘੱਟ ਗੱਲ ਹੋਈ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਪੰਜਾਬ ਸਾਹਿਤ ਅਕੈਡਮੀ ਵੱਲੋਂ ਉਲੀਕੇ ਗਏ ਨੇ, ਔਰ ਇਹਦੇ ਲਈ ਖਾਸ ਤੌਰ ਤੇ ਜੇਕਰ ਮੈਂ ਧੰਨਵਾਦ ਕਰਾਂ ਤਾਂ ਡਾਕਟਰ ਰਵੇਲ ਸਿੰਘ ਜੀ, ਸਾਡੇ ਅਰਤਿੰਦਰ ਸੰਧੂ ਜੀ, ਸਤਪਾਲ ਭਿੱਖੀ ਜੀ, ਔਰ ਇਹਦੇ ਨਾਲ ਨਾਲ ਸਾਡੇ ਸਭ ਤੋਂ ਕਰਮਸ਼ੀਲ ਡਾਕਟਰ ਕੁਲਦੀਪ ਦੀਪ ਜੀ, ਤੇ ਇਹਦੇ ਨਾਲ ਸਾਡੇ ਸਤੀਸ਼ ਵਰਮਾ ਜੀ, ਜਿਹੜੇ ਕਿਸੇ ਵਜ੍ਹਾ ਕਰਕੇ ਅੱਜ ਸਾਡੇ ਨਾਲ ਨਹੀਂ ਜੁੜ ਪਾਏ। ਇਹਨਾਂ ਸਾਰਿਆਂ ਦਾ ਮੈਂ ਧੰਨਵਾਦੀ ਹਾਂ ਕਿ ਪ੍ਰੋਗਰਾਮ ਜਿਹੜੇ ਉਲੀਕਣ ਦੇ ਵਿੱਚ, ਤੁਰਨ ਦੇ ਵਿੱਚ ਅਸੀਂ ਸਾਰੇ ਇਕੱਠੇ ਰਲ ਕੇ ਇਸ ਨੂੰ ਅੱਗੇ ਵਧਾਵਾਂਗੇ। ਸੋ ਮੈਨੂੰ ਲੱਗਦਾ ਹੈ ਕਿ ਡਾਕਟਰ ਦੀਪ, ਤੁਸੀਂ ਜੇਕਰ ਸਵਾਲ ਪੁੱਛਣੇ ਚਾਹੁੰਦੇ ਹੋ ਤਾਂ ਮੈਂ ਉਹਦੇ ਅਨੁਸਾਰ ਜਵਾਬ ਦੇਈ ਜਾਂਦੀ ਹਾਂ। ਜੀ ਅਜੇ ਹੋਰ ਜੁੜਨਗੇ, ਅਜੇ ਸ਼ੁਰੂ ਹੀ ਹੋਇਆ। ਇੱਕ ਤਾਂ ਮਾਈਕ ਪਲੀਜ਼ ਬੰਦ ਕਰ ਲਓ, ਜਿਨ੍ਹਾਂ ਦੇ ਮਾਈਕ ਵਿੱਚ ਨਾ ਆਵਾਜ਼ ਆ ਰਹੀ ਹੈ ਤੁਹਾਡੀ ਲਗਾਤਾਰ, ਤੇ ਤੁਸੀਂ ਲਾਈਵ ਵੀ ਹੋ। ਮਾਈਕ ਤੇ ਚੱਲਦਾ, ਮਾਈਕ ਆਪਣੇ ਮਾਈਕ ਬੰਦ ਕਰ ਲਓ। ਡਾਕਟਰ ਸਰਬਜੀਤ ਕੌਰ ਸੂਲ ਹੋਰਾਂ ਨੇ ਇੱਕ ਭੂਮਿਕਾ ਦੇ ਰੂਪ ਦੇ ਵਿੱਚ ਗੱਲਾਂ ਦੱਸੀਆਂ ਕਿ ਅਕੈਡਮੀ ਕੀ ਕਰ ਰਹੀ ਹੈ। ਹਜੇ ਤੇ ਇਹੋ ਹੀ ਬੋਲਣ ਦੀ ਆ। ਤੇ ਮੈਂ ਡਾਕਟਰ ਸਰਬਜੀਤ ਕੌਰ ਸੂਲ ਹੋਰਾਂ ਨੂੰ ਇੱਕ ਬੇਨਤੀ ਇਹ ਕਰੂੰਗਾ, ਨਹੀਂ ਸਪੀਕਰ ਨਹੀਂ ਆਉਣਾ, ਮਾਈਕ ਤੇ ਆਉਣਾ। ਇਨਸਾਨ, ਬਤੌਰ ਮਨੁੱਖ, ਇਹ ਜੋ 3 ਮਹੀਨੇ ਦਾ ਸੰਕਟ ਕਾਲ ਸੀ, ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਰਿਹਾ, ਉਹਦੇ ਬਾਰੇ ਜ਼ਰੂਰ ਸਾਨੂੰ ਦੱਸਣ, ਕਿਉਂਕਿ ਇੱਕ ਸੰਵੇਦਨਸ਼ੀਲ ਬੰਦਾ ਵਾਪਰਦੀਆਂ ਹੋਈਆਂ ਘਟਨਾਵਾਂ ਨੂੰ, ਵਾਪਰਦੇ ਹੋਏ ਸਮੇਂ ਨੂੰ ਆਪਣੀ ਐਨਕ ਨਾਲ ਦੇਖਦਾ ਹੈ, ਆਪਣੇ ਨਜ਼ਰੀਏ ਨਾਲ ਦੇਖਦਾ ਹੈ। ਤੇ ਡਾਕਟਰ ਸਰਬਜੀਤ ਕੌਰ ਸੂਲ ਹੋਰੀ ਜਿਹੜੇ ਇੰਨੇ ਜ਼ਿਆਦਾ ਐਕਟਿਵ ਸੀ, ਮੈਂ ਅਕਸਰ ਆਪਣੇ ਬਾਰੇ ਕਹਿਣਾ ਹੁੰਦਾ ਕਿ ਮੈਂ ਬਹੁਤ ਸਫਰ ਕਰਨਾ, ਪਰ ਡਾਕਟਰ ਸਰਬਜੀਤ ਕੌਰ ਸੂਲ ਹੋਰਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਪੰਜਾਬ ਦਾ ਕੋਈ ਕੋਨਾ ਨਹੀਂ ਛੱਡਿਆ ਹੋਣਾ ਜਿੱਥੇ ਪ੍ਰੋਗਰਾਮ ਜਾ ਕੇ ਨਾ ਕੀਤੇ ਹੋਣ। ਪਰ ਅਚਾਨਕ ਇੰਨੀ ਭੱਜ ਦੌੜ ਦੇ ਵਿੱਚ ਬੰਦੇ ਦਾ ਘਰੇ ਸਿਮਟ ਜਾਣਾ, ਘਰ ਦੇ ਵਿੱਚ ਕੈਦ ਹੋ ਜਾਣਾ, ਉਹ ਕਿਹੋ ਜਿਹਾ ਅਨੁਭਵ ਸੀ ਤੇ ਉਹਦੇ ਬਾਰੇ ਕੀ ਮਹਿਸੂਸ ਕਰਦੇ ਨੇ, ਇਹ ਉਹਦੇ ਬਾਰੇ ਸਾਡੇ ਨਾਲ ਜ਼ਰੂਰ ਗੱਲਬਾਤ ਸਾਂਝੀ ਕਰਨ ਡਾਕਟਰ ਸਰਬਜੀਤ ਕੌਰ ਸੂਲ ਜੀ। ਜੀ ਡਾਕਟਰ ਸਾਹਿਬ, ਮੈਂ ਦੱਸਣਾ ਚਾਹਾਂਗੀ ਕਿ ਇਹ ਸਮਾਂ ਜਿਹੜਾ ਸੀ, ਮੇਰੇ ਲਈ ਇਹ ਵੀ ਵਧੀਆ ਸਮਾਂ ਸੀ ਕਿ ਇਸ ਵਿੱਚ ਬੰਦੇ ਨੂੰ ਜਿਹੜਾ ਬਾਹਰੀ ਜਗਤ ਹੈ ਉਹਦੇ ਨਾਲੋਂ ਟੁੱਟ ਕੇ ਆਤਮ ਚਿੰਤਨ ਕਰਨ ਦਾ ਜਿਹੜਾ ਸਮਾਂ ਉਹ ਮਿਲਿਆ, ਔਰ ਅਸੀਂ ਆਪਣੇ ਘਰਾਂ ਦੇ ਵਿੱਚ ਜ਼ਰੂਰ ਕੈਦ ਹੋ ਗਏ, ਪੰਛੀ ਆਜ਼ਾਦ ਹੋ ਗਏ, ਕੁਦਰਤ ਸੁਹਾਵਣੀ ਹੋ ਗਈ, ਰੰਗੀਨ ਹੋ ਗਈ, ਤੋਤੇ ਚਿੜੀਆਂ ਸਾਰਾ ਕੁਛ ਤੁਹਾਨੂੰ ਦਿਸਣ ਲੱਗ ਗਿਆ, ਤੇ ਇੱਕਦਮ ਜਿਹੜਾ ਪ੍ਰਦੂਸ਼ਣ ਸੀ ਘਟ ਗਿਆ, ਇੱਕਦਮ ਕੁਦਰਤ ਜਿਵੇਂ ਨਹਾਤੀ ਧੋਤੀ ਔਰ ਖੂਬਸੂਰਤ ਹੋ ਗਈ ਹਰ ਪਾਸੇ। ਸੋ ਇਸ ਸਮੇਂ ਦੇ ਵਿੱਚ ਪਰਿਵਾਰ ਦੇ ਨਾਲ ਰਹਿਣ ਦਾ ਮੌਕਾ ਮਿਲਿਆ, ਜਿਹੜਾ ਕਿ ਅਸੀਂ ਬਹੁਤ ਘੱਟ, ਕਿਉਂਕਿ ਮੇਰੇ ਹਸਬੈਂਡ ਦੀ ਜੌਬ ਇਹੋ ਜਿਹੀ ਆ ਕਿ ਬਹੁਤਾ ਸਮਾਂ ਉਹ ਡਿਊਟੀ ਤੇ ਹੁੰਦੇ ਨੇ, ਬਾਹਰ ਹੁੰਦੇ ਨੇ, ਤੇ ਬੇਟਾ ਵੀ ਇਸੇ ਤਰ੍ਹਾਂ ਕਦੀ ਕਾਲਜ ਹੁੰਦਾ, ਕਦੀ ਕਿਤੇ।
ਸੋ ਇਹ ਸਮੇਂ ਅਸੀਂ ਸਾਰੇ ਜਾਣੇ, ਅਸੀਂ ਪਰਿਵਾਰ ਵਾਲੇ ਇਕੱਠੇ ਹੋਏ। ਬੇਟਾ ਦੂਸਰਾ ਅਮਰੀਕਾ ਆ, ਉਹਦੇ ਨਾਲ ਅਸੀਂ ਆਨਲਾਈਨ ਗੱਲਬਾਤ ਕਰ ਲੈਂਦੇ ਸੀ ਕਾਫੀ ਸਮਾਂ, ਇੱਕ ਘੰਟਾ। ਸੋ ਆਪਣੇ ਪਰਿਵਾਰ ਨਾਲ ਮੈਨੂੰ ਲੱਗਦਾ ਕਿ ਇਕੱਲਾ ਮੈਨੂੰ ਹੀ ਨਹੀਂ, ਸਭ ਨੂੰ ਹੀ ਆਪਣੇ ਪਰਿਵਾਰਾਂ ਦੇ ਨਾਲ ਜੁੜਨ ਦਾ ਸਮਾਂ ਮਿਲਿਆ, ਸਮਾਂ ਬਤੀਤ ਕਰਨ ਦਾ। ਔਰ ਸ਼ਾਇਦ ਕਿਤੇ ਨਾ ਕਿਤੇ ਇਹ ਅਹਿਸਾਸ ਵੀ ਹੋਇਆ ਹੋਏਗਾ ਕਿ ਜਿਹੜਾ ਘਰ ਆ, ਆਪਾਂ ਕਹਿੰਦੇ ਨੇ ਹੋਮ ਇਜ਼ ਦਾ ਬੈਸਟ, ਕਿ ਘਰ ਪਰਿਵਾਰ ਉਹ ਕਹਿੰਦੇ ਹੁੰਦੇ ਕਿ ਚੰਗੇ ਬੰਦੇ ਨੇ ਸਾਰੇ, ਇੱਕ ਦੂਜੇ ਦੇ ਨਾਲ ਜਿਹੜਾ ਸੋਹਣਾ ਸਮਾਂ ਨਿਕਲਿਆ। ਔਰ ਜਿਹੜੀ ਗੱਲ ਲੱਗਦਾ ਹੈ ਕਿ ਕਿਵੇਂ ਬਿਤਾਇਆ, ਸ਼ੁਰੂ ਚ ਇੱਕਦਮ ਜਦੋਂ ਮੈਨੂੰ ਯਾਦ ਆ ਕਿ ਇਹਨੇ ਵਧਣਾ ਸ਼ੁਰੂ ਕੀਤਾ, ਚਾਈਨਾ ਦੇ ਵਿੱਚੋਂ ਵਾਇਰਸ ਆ ਗਿਆ, ਇਸ ਗੱਲ ਬਾਰੇ ਗੱਲ ਸ਼ੁਰੂ ਹੋਈ, ਇੱਕਦਮ ਲੋਕਡਾਊਨ ਹੋ ਗਿਆ। ਵਿਦਿਆਰਥੀ ਜਿਹੜੇ ਸੀ ਉਹਨਾਂ ਨੂੰ ਛੁੱਟੀਆਂ ਹੋ ਗਈਆਂ, ਅਧਿਆਪਕਾਂ ਨੂੰ ਜਾਣਾ ਪੈਂਦਾ ਸੀ, ਤੇ ਉਹਨਾਂ 'ਚ ਵੀ ਹਿਲਜੁਲ ਸੀ ਕਿ ਇਹ ਕੀ ਹੋ ਰਿਹਾ, ਵੀ ਸਾਨੂੰ ਕਰੋਨਾ ਨਹੀਂ ਹੋਊਗਾ, ਸਾਨੂੰ ਵੀ ਛੁੱਟੀਆਂ ਚਾਹੀਦੀਆਂ। ਫਿਰ ਉਸ ਤੋਂ ਬਾਅਦ ਸਾਨੂੰ ਲੱਗਾ ਕਿ 8 ਦਿਨ 10 ਦਿਨ 1 ਮਹੀਨਾ, ਇਸ ਤੋਂ ਬਾਅਦ ਸ਼ਾਇਦ ਨਾਰਮਲਾਈਜੇਸ਼ਨ ਆ ਜਾਏ, ਸਮਾਂ ਠੀਕ ਹੋ ਜਾਏ, ਪਰ ਉਹ ਗੱਲ ਵੀ ਨਹੀਂ ਹੋਈ। ਔਰ ਲਗਾਤਾਰ ਜਿਹੜਾ ਲੋਕਡਾਊਨ ਵੱਧਦਾ ਗਿਆ, ਲੋਕ ਆਪਣੇ ਘਰਾਂ 'ਚ ਜੁੜਦੇ ਗਏ। ਔਰ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਤੁਸੀਂ ਬਹੁਤ ਘੱਟ ਅਸੀਂ ਨਿਕਲਦੇ ਹਾਂ, ਪਰ ਜਦੋਂ ਵੀ ਕਿਤੇ ਜਾਂਦੇ ਆ, ਮੈਂ ਦੇਖਿਆ ਆਮ ਲੋਕਾਂ ਦੇ ਵਿੱਚ ਕਿ ਜੋ ਗਰੋਸਰੀ ਸਟੋਰ ਤੇ ਜਾਂਦੇ ਆ, ਹਰੇਕ ਦੇ ਮੂੰਹ ਤੇ ਮਾਸਕ ਲੱਗਾ ਹੁੰਦਾ ਹੈ, ਰਫ ਜਿਹੇ ਕੱਪੜੇ ਪਾਏ ਹੁੰਦੇ, ਜਿਵੇਂ ਅੱਗੇ ਕਹਿੰਦੇ ਸੀ ਵੀ ਪੰਜਾਬੀ ਬੜੇ ਟੌਰ ਕੱਢਦੇ ਆ, ਭਾਵੇਂ ਪੈਰਾਂ 'ਚ ਚੱਪਲਾਂ ਹੋਣ, ਮਾਸਕ ਲੱਗਾ ਆ। ਔਰ ਮੂੰਹ ਇਹੋ ਜਿਹੇ ਹੁੰਦੇ ਆ ਕਿ ਵੈਸੇ ਤਾਂ ਸਮਾਈਲ ਦਿਸਦੀ ਨਹੀਂ, ਪਰ ਕੋਈ ਕਿਸੇ ਵੱਲ ਵੇਖਦਾ ਨਹੀਂ ਇਸ ਸਮੇਂ। ਸਭ ਆਪਣੇ ਵੱਲ, ਆਪਣੇ ਹੱਥਾਂ ਨੂੰ ਬਚਾ ਬਚਾ ਕੇ ਚੀਜ਼ਾਂ ਤੋਂ ਨੂੰ ਛੂੰਹਦਿਆਂ ਰਹਿੰਦੇ ਨੇ। ਸੈਨੀਟਾਈਜ਼ਰ ਹਰ ਵੇਲੇ ਹੱਥ 'ਚ ਹੁੰਦਾ, ਮਾਸਕ ਮੂੰਹ ਤੇ ਹੁੰਦਾ, ਤੇ ਉਹਦੇ ਨਾਲ ਆਪਣੀ ਚੀਜ਼ ਲੋੜ ਦੀ ਚੱਕੀ ਤੇ ਪਾਈ, ਤੇ ਉਹਨੂੰ ਡਰਦੇ ਡਰਦੇ ਜੇ ਫਿਰ ਹੱਥ ਸੈਨੀਟਾਈਜ਼, ਘਰੇ ਵੜੋ ਫਿਰ ਸੈਨੀਟਾਈਜ਼ਰ, ਫਿਰ ਹੱਥ ਵਾਸ਼ ਕਰੋ। ਬਾਹਰੋਂ ਆਉਂਦਿਆਂ ਤੁਸੀਂ ਕੱਪੜੇ ਚੇਂਜ ਕਰਦੇ ਹੋ, ਨਹਾਉਂਦੇ ਹੋ, ਤਾਂ ਕਿ ਕਿਸੇ ਤਰ੍ਹਾਂ ਦਾ ਵਾਇਰਸ ਤੋਂ ਅਸੀਂ ਬਚੇ ਰਹੀਏ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਇਹ ਸਮਾਂ ਹੈ, ਇਸ ਨੂੰ ਦੋਵੇਂ ਤਰ੍ਹਾਂ ਨਾਲ ਅਸੀਂ ਲੈ ਸਕਦੇ ਹਾਂ। ਚਾਹੇ ਤਾਂ ਇਹਨੂੰ ਰੋ ਕੇ ਕੱਢ ਲਓ, ਤੇ ਚਾਹੇ ਇਸ ਸਮੇਂ ਨੂੰ ਤੁਸੀਂ ਵਰਤ ਲਓ। ਮੇਰੇ ਵੱਲੋਂ ਮੈਂ ਜਿਵੇਂ ਮੇਰੀਆਂ 2 ਕਿਤਾਬਾਂ ਐਡਿਟ ਕਰਨ ਵਾਲੀਆਂ ਸੀ, ਉਹ ਹੋਈਆਂ। ਮੈਂ ਕੁਝ ਕਹਾਣੀਆਂ ਲਿਖੀਆਂ, ਮੇਰਾ ਖਿਆਲ ਮੇਰੇ ਕੋਲ ਕਿਤਾਬ ਜੋਗੀਆਂ ਕਹਾਣੀਆਂ ਹੋ ਗਈਆਂ ਨੇ। ਔਰ ਇਹਦੇ ਨਾਲ ਨਾਲ ਕਵਿਤਾ ਵੀ ਲਿਖੀ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਡਾਕਟਰ ਸਾਹਿਬ ਨੇ ਮੈਨੂੰ ਯਾਦ ਹੈ, ਡਾਕਟਰ ਦੀਪ, ਤੁਸੀਂ ਇੱਕ ਵਾਰੀ ਕਿਹਾ ਸੀ ਕਿ ਆਪਾਂ ਬੱਚਿਆਂ ਨੂੰ ਚਿੱਠੀਆਂ ਲਿਖੀਏ। ਜੀ ਜੀ ਜੀ। ਸੋ ਉਹ ਚਿੱਠੀਆਂ ਵੀ ਮੈਂ ਲਿਖੀਆਂ ਆਪਣੇ ਵਿਦਿਆਰਥੀਆਂ ਨੂੰ, ਅਖਬਾਰ ਦੇ ਵਿੱਚ ਵੀ ਉਹਦੇ ਬਾਰੇ ਆਰਟੀਕਲ ਵੀ ਆਏ, ਲੇਖ ਵੀ ਲੱਗੇ, ਔਰ ਉਹ ਬੱਚਿਆਂ ਨੇ ਇਸ ਗੱਲ ਨੂੰ ਬੜਾ ਪੋਜ਼ਿਟਿਵ ਲਿਆ ਤੇ ਉਤਸ਼ਾਹਿਤ ਵੀ ਹੋਏ। ਔਰ ਉਹਨਾਂ ਨੂੰ ਲੱਗਾ ਕਿ ਹਾਂ, ਸਾਡੇ ਜਿਹੜੇ ਅਧਿਆਪਕ ਨੇ ਉਹ ਸਾਡੇ ਬਾਰੇ ਸੋਚਦੇ ਨੇ, ਅਸੀਂ ਉਹਨਾਂ ਨੂੰ ਨਾਲ ਲੈ ਕੇ ਤੁਰਨਾ। ਕਿ ਇਹ ਸਮਾਂ ਜਿਹੜਾ ਸੀ, ਅਸੀਂ ਇੱਕ ਦੂਜੇ ਦਾ ਸਾਥ, ਮਤਲਬ ਕਦੀ ਕਦੇ ਤਾਂ ਇਵੇਂ ਵੀ ਲੱਗਦਾ ਸੀ ਕਿ ਡਿਪਰੈਸ਼ਨ ਨਾ ਹੋ ਜਾਏ, ਇਸ ਡਿਪਰੈਸ਼ਨ ਤੋਂ ਕਿਵੇਂ ਬਚਣਾ, ਇੱਕ ਦੂਜੇ ਦਾ ਹੱਥ ਕਿਵੇਂ ਫੜਨਾ ਹੈ। ਮਤਲਬ ਇੱਕ ਦਿਨ ਮੈਨੂੰ ਐ ਲੱਗਿਆ ਕਿ ਕੋਈ ਵੀ ਟੀਚਰ ਜੇ 10 ਮਿੰਟ, ਜਿਵੇਂ ਸਾਨੂੰ ਵਿੱਚ ਜਾਣਾ ਪੈਂਦਾ, ਕਾਲਜ ਜਾਂਦੇ ਆ, ਤੇ ਜੇਕਰ ਉਹ 10 ਮਿੰਟ 20 ਮਿੰਟ ਲੇਟ ਵੀ ਹੋ ਗਿਆ ਜਾਂ ਉਹਦੀ ਕੋਈ ਸਮੱਸਿਆ ਵੀ, ਤੇ ਉਹਨੂੰ ਐਡਜਸਟ ਕਰੋ, ਉਹਦੀ ਗੱਲ ਸੁਣੋ, ਤਾਂ ਕਿ ਇਹਦੇ ਸੰਕਟ ਨੂੰ ਅਸੀਂ ਹੋਰ ਘਟਾ ਸਕੀਏ, ਅਸੀਂ ਇਹਦੇ ਨਾਲ ਇਹਦੀ ਮਦਦ ਕਰ ਸਕੀਏ। ਸੋ ਇਸ ਤਰ੍ਹਾਂ ਕਰਕੇ ਜਿਹੜਾ ਇਹ ਸਮਾਂ ਆ ਤੁਰਦਾ ਜਾ ਰਿਹਾ ਆ, ਤੇ ਅਜੇ ਮੈਨੂੰ ਇਹਦੇ ਤੇ ਕੋਈ ਇਹ ਮਹਿਸੂਸ ਨਹੀਂ ਹੋ ਰਿਹਾ ਕਿ ਅਜੇ ਅਸੀਂ ਛੇਤੀ ਇਹਦੇ ਚੋਂ ਇਹ ਖਤਮ ਹੋ ਜਾਏਗਾ, ਜਾਂ ਹੋ ਸਕਦਾ ਕੱਲ ਨੂੰ ਕੋਈ ਇਹਦਾ ਐਂਟੀਡੋਟ ਆ ਜਾਏ ਜਾਂ ਕੁਛ ਦਵਾਈ ਬਣ ਜਾਏ ਤੇ ਸਾਰੇ ਅਸੀਂ ਕਰੋਨਾ ਮੁਕਤ ਹੋ ਜਾਈਏ। ਪਰ ਅਜੇ ਫਿਲਹਾਲ ਇਸੇ ਤਰ੍ਹਾਂ ਹੀ ਚੱਲ ਰਿਹਾ। ਜੀ ਜੀ। ਮੈਡਮ, ਇਸ ਤੋਂ ਪਹਿਲਾਂ ਕਿ ਅਸੀਂ ਇਸ ਪਾਸੇ ਵੱਲ ਆਈਏ ਕਿ ਤੁਸੀਂ ਕਰੋਨਾ ਦੇ ਦੌਰ ਦੇ ਵਿੱਚ ਕਿਹੜੀਆਂ ਕਵਿਤਾਵਾਂ ਸਿਰਜੀਆਂ ਤੇ ਉਹਦੇ ਵਿੱਚੋਂ ਕੋਈ ਕਵਿਤਾ ਸੁਣੀਏ। ਤੁਸੀਂ ਇਸ ਤੋਂ ਪਹਿਲਾਂ ਬਹੁਤ ਕੁਝ ਸਿਰਜਿਆ ਹੋਇਆ ਹੈ, ਮੇਰੇ ਸਾਹਮਣੇ ਬਹੁਤ ਲੰਬੀ ਲਿਸਟ ਹੈ ਤੁਹਾਡੀ ਸਿਰਜੇ ਸਾਹਿਤ ਦੀ, ਜਿਹਦੇ ਵਿੱਚ ਸਫਰ ਦਰ ਸਫਰ ਕਾਵ ਸੰਗ੍ਰਹਿ ਹੈ, ਫਿਰ ਐਵੇਂ ਕਿਵੇਂ ਕਾਵ ਸੰਗ੍ਰਹਿ ਹੈ, ਉਸ ਤੋਂ ਬਾਅਦ ਭੁੰਨੀ ਮਿੱਟੀ, ਉਸ ਤੋਂ ਬਾਅਦ ਕਾਵ ਕੁਣਕਾ, ਫਿਰ ਮੁਹੱਬਤ ਗਿਰੀ, ਐਨੀਮੇਟਡ ਰਿਸ਼ਤੇ, ਤੇ ਬਹੁਤ ਸਾਰੀਆਂ ਐਡੀਟਡ ਕਿਤਾਬਾਂ ਤੇ ਬਹੁਤ ਸਾਰੀਆਂ ਆਲੋਚਨਾ ਦੀਆਂ ਕਿਤਾਬਾਂ ਜਿਹੜੀਆਂ ਤੁਸੀਂ ਕੀਤੀਆਂ। ਚਲੋ, ਬੇਸ਼ੱਕ ਆਪਾਂ ਉੱਥੇ ਬਹੁਤ ਗੈਰ ਗੰਭੀਰ ਚਰਚਾ ਉਹਨਾਂ ਗੱਲਾਂ ਤੇ ਨਹੀਂ ਕਰਾਂਗੇ, ਪਰ ਫਿਰ ਵੀ ਮੈਂ ਚਾਹੂੰਗਾ ਕਿ ਤੁਸੀਂ 1-2 ਮਾਸਟਰਪੀਸ ਸਾਡੇ ਨਾਲ ਜ਼ਰੂਰ ਸਾਂਝੇ ਕਰੋ,
ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਲਿਖਿਆ, ਜਿਵੇਂ ਮੈਂ ਇੱਕ ਸਾਂਝੀ ਕਰ ਰਿਹਾ ਸੀ ਉਦੋਂ ਸ਼ਾਇਦ ਡਿਸਕਨੈਕਟ ਹੋ ਗਿਆ ਮੈਂ ਕਿਤੇ, ਕਿ ਤੁਸੀਂ ਲਿਖਿਆ ਸੀ ਕਿ ਤੁਸੀਂ ਜਿਹੜੀ ਰੁੱਤੇ ਆਏ ਮੇਰੇ ਰਾਮ ਜੀਓ, ਸਾਨੂੰ ਉਹੀ ਰੁੱਤ ਸੁਹਾਏ ਮੇਰੇ ਰਾਮ ਜੀਓ, ਉਮਕਦੀਆਂ ਪੌਣਾ ਕਣੀਆਂ ਦੀ ਕਿਣਮਿਣ, ਤਨ ਮਨ ਭੇਜਦਾ ਜਾਏ ਮੇਰੇ ਰਾਮ ਜੀਓ, ਮੇਰੇ ਰਾਮ ਬਾਗੀ ਜੀਕਣ ਖਿੜਿਆ ਹੋਵੇ ਚੰਬਾ, ਰੂਪ ਵੀ ਕਰਨੇ ਛਾਏ ਮੇਰੇ ਰਾਮ ਜੀ। ਬਹੁਤ ਖੂਬਸੂਰਤ ਬਿੰਬ ਮੈਟਾਫਰ ਜਿਹੜਾ ਤੁਸੀਂ ਸ਼ਿਵ ਨੂੰ ਉਲਟਾ ਕੇ ਪੇਸ਼ ਕੀਤਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇੱਕ ਦੋ ਮਾਸਟਰਪੀਸ ਨੇ ਜਿਹੜੇ, ਇੱਕ ਕਵਿਤਾ ਘੱਟੋ ਘੱਟ ਪਿਛਲੇ ਸਮੇਂ ਦੇ ਵਿੱਚੋਂ, ਤੇ ਉਸ ਤੋਂ ਬਾਅਦ ਅਸੀਂ ਕਰੋਨਾ ਦੇ ਦੌਰ ਦੇ ਵਿੱਚ ਤੁਹਾਡੀ ਸਿਰਜਣਾ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਆਓ ਜੀ ਆਪਾਂ ਸੁਣਦੇ ਹਾਂ। ਪਲੀਜ਼ ਇੱਕ ਵਾਰੀ ਫਿਰ ਬੇਨਤੀ ਹੈ ਕਿ ਜਿਹੜੀ ਆਪਣੀ ਆਵਾਜ਼ ਹੈ, ਆਪਣਾ ਮਾਈਕ ਹੈ, ਉਹ ਬੰਦ ਕਰ ਲਓ, ਤੁਹਾਡੀ ਆਵਾਜ਼ ਵਿੱਚ ਆ ਰਹੀ ਹੈ ਜੀ। ਜੀ ਸਰ, ਜਿਹੜਾ ਹੀ ਪਹਿਲਾਂ ਆਪਾਂ ਕਵਿਤਾ ਜਿਹੜੀਆਂ ਹੁਣ ਤੱਕ ਪੁਸਤਕਾਂ ਦੀ ਤੁਸੀਂ ਗੱਲ ਕੀਤੀ ਹੈ, ਉਹਨਾਂ ਚੋਂ ਬਹੁਤ ਸਾਰੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਮੈਨੂੰ ਲੱਗਦਾ ਹੈ ਕਿ ਸੁਣੀਆਂ ਵੀ ਹੋਈਆਂ ਨੇ, ਔਰ ਕੁਝ ਕਵਿਤਾਵਾਂ ਜਿਹੜੀਆਂ ਨੇ ਉਹ ਉਹਨਾਂ ਦੀ ਰਿਕਾਰਡਿੰਗ ਵੀ ਹੋਈ ਹੈ। ਇਹਨੂੰ ਜਿਹੜਾ ਤੁਸੀਂ ਜਿਹੜੀ ਰੁੱਤੇ ਆਏ ਮੇਰੇ ਰਾਮ ਜੀਓ, ਇਹਦੀ ਰਿਕਾਰਡਿੰਗ ਵੀ ਮੈਂ ਸ਼ਾਇਦ ਫੇਸਬੁੱਕ ਤੇ ਸ਼ੇਅਰ ਕੀਤੀ ਹੈ, ਸਾਂਝੀ ਕੀਤੀ ਸਭ ਨਾਲ। ਤੇ ਹੋਰ ਵੀ ਕੁਝ ਗੀਤ ਨੇ ਜਿਹੜੇ ਉਹ ਹੈ ਨੇ। ਮੈਨੂੰ ਇੱਕ ਕਵਿਤਾ ਬੜੀ ਛੋਟੀ ਜਿਹੀ ਆ, ਬੜੀ ਮੈਨੂੰ ਆਪਣੇ ਆਪ ਨੂੰ ਵੀ ਸੋਹਣੀ ਲੱਗਦੀ ਹੁੰਦੀ ਆ। ਇਹ ਮੇਰੀ ਪੁਸਤਕ ਗੁੰਨੀ ਮਿੱਟੀ 'ਚ ਹੈ। ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਮੈਨੂੰ ਸ਼ਾਇਦ 5ਵੀਂ 6ਵੀਂ 7ਵੀਂ ਉਦੋਂ ਨਾਨਕੇ ਜਾਂਦੇ ਹੁੰਦੇ ਸੀ, ਕਿਉਂਕਿ ਗਰਮੀਆਂ ਦੀਆਂ ਛੁੱਟੀਆਂ 'ਚ ਨਾਨਕਿਆਂ ਤੋਂ ਬਿਨਾਂ ਹੋਰ ਕੋਈ ਵਾਂਢੇ ਹੁੰਦਾ ਹੀ ਨਹੀਂ ਸੀਗਾ। ਤਾਂ ਨਾਨਕੇ ਜਾਣਾ ਛੁੱਟੀਆਂ 'ਚ, ਤੇ ਉੱਥੇ ਖੂਹ ਤੇ ਚਲੇ ਜਾਣਾ, ਤੇ ਲਾਗੇ ਸੂਆ ਵਗਦਾ ਸੀ, ਉੱਥੋਂ ਪਾਣੀ ਲੈ ਕੇ ਮਿੱਟੀ ਦੇ ਖਿਡੌਣੇ ਬਣਾਉਂਦੇ ਹੁੰਦੇ ਸੀ। ਉਹਦੇ 'ਚ ਜਿਵੇਂ ਜਿਵੇਂ ਭਾਂਡੇ ਬਣਾਉਂਦੇ ਰਹਿਣਾ, ਉਹ ਇਮੇਜ ਉਹ ਜਿਹੜਾ ਇਹਨਾਂ ਨੇ ਰੁਮਾਲ ਰੱਖਣਾ ਬਹੁਤ ਦੇਰ ਉਹ ਮੇਰੇ ਮਨ ਦੇ ਵਿੱਚ ਉੱਡ ਕੇ ਰਹੇ, ਉਹ ਵਾਲਾ ਸਮਾਂ। ਤੇ ਫਿਰ ਮੈਂ ਅਲਟੀਮੇਟਲੀ ਮਤਲਬ ਇਹਨੇ ਕਵਿਤਾ ਦਾ ਰੂਪ ਲਿਆ। ਉਹ ਹੈ ਕਿ ਮਾਂ ਮਿੱਟੀ ਪਿਓ ਪਾਣੀ, ਮਾਂ ਮਿੱਟੀ ਪਿਓ ਪਾਣੀ, ਗੁੰਨੀ ਗਿੱਲੀ ਮਿੱਟੀ ਨਰਮ ਨਿਛੋ ਧੀ ਰਾਣੀ, ਚੁੱਲ੍ਹਾ ਚੌਂਕਾ ਤਵਾ ਪਰਾਤ, ਚੁੱਲ੍ਹਾ ਚੌਂਕਾ ਤਵਾ ਪਰਾਤ, ਪਿੱਪਲ ਦਾ ਥੜਾ ਖੂਹ ਦੀ ਮੌਣ, ਜਾਂ ਫਿਰ ਚਿੜੀਆਂ ਤੋਤੇ ਮੋਰ, ਖੇਡਣ ਦੇ ਲਈ ਕੁਝ ਵੀ ਬਣਾ ਲੈ, ਜੀਵ ਰਚਾ ਲੈ, ਜਿਵੇਂ ਵੀ ਢਾਲੇ ਢਲਦੀ ਜਾਣੀ ਧੀ ਰਾਣੀ, ਗੁੰਨੀ ਗਿੱਲੀ ਮਿੱਟੀ। ਸੋ ਇਹ ਉਸ ਸਮੇਂ ਦਾ ਜੋ ਬਚਪਨ ਦਾ ਇੱਕ ਅਸਰ ਸੀ। ਹੁਣ ਮੈਂ ਤੁਹਾਨੂੰ ਜਿਹੜੀ ਇੱਕ ਕਵਿਤਾ ਉਹਦੇ ਸੁਣਾਉਣੀ ਹੈ ਕਿ ਜਿਉਂ ਰਹੇ ਅਸੀਂ। ਤਨ ਦੀ ਕਲਪਿਤ ਲੈਂਡਸਕੇਪ ਤੇ, ਤਨ ਦੀ ਕਲਪਿਤ ਲੈਂਡਸਕੇਪ ਤੇ ਮਨ ਦਾ ਮਰਿਆ ਮੱਚਕ ਵੇਲੇ, ਅਚਰਜ ਭਰਿਆ ਠਰਿਆ ਬੰਦਾ, ਤੇਜ ਤਿੱਖੀਆਂ ਖੁਸ਼ਬੂਆਂ ਰਿੰਨਦਾ, ਅੰਤਰੀਵ ਤੱਕ ਫੈਲਾ ਚ ਰੁੱਝਿਆ, ਪਰ ਪਰਤਾਂ ਚੋਂ ਮੈਲਾ ਚਾਹੁੰਦਾ, ਆਪਣੇ ਆਪ ਦਾ ਮੱਥਾ ਡੁੰਗਦਾ, ਆਪਣੀ ਹੋਂਦ ਵਰੋਲ ਰਿਹਾ। ਸੰਗੀਤਕ ਸਿਨਫਾਂ ਵਿਸਰ ਗਈਆਂ, ਯਕਦਮ ਸੜਕਾਂ ਸਹਿਮ ਗਈਆਂ, ਕੋਠੀਆਂ ਕਾਰਾਂ ਖਰੀਦਣ ਵਾਲਾ ਰੋਟੀ ਦੇ ਟੁੱਕਰ ਲੱਭ ਰਿਹਾ। ਅਣਵੇਖੇ ਦੁਸ਼ਮਣ ਤੋਂ ਟਰਹਿੰਦਾ, ਅਣਵੇਖੇ ਦੁਸ਼ਮਣ ਤੋਂ ਤਰਹਿੰਦਾ, ਆਪਣੇ ਆਪ ਨੂੰ ਤਾਲੇ ਲਾ ਲਏ, ਆਉਣ ਜਾਣ ਨੂੰ 100 ਦਰਵਾਜ਼ੇ, ਇੱਕ ਵੀ ਟੱਪਣੋਂ ਡਰ ਰਿਹਾ। ਸੋ ਇਹ ਜਿਹੜੀ ਅਵਸਥਾ ਹੈ ਉਹ ਸਾਡੀ ਹੁਣ ਮਾਨਸਿਕਤਾ ਇਹੋ ਜਿਹੀ ਹੋ ਗਈ ਆ। ਔਰ ਇੱਕ ਜਿਵੇਂ ਸਾਡਾ ਟੈਰਸ ਬਹੁਤ ਸੋਹਣਾ ਆ, ਆਲੇ ਦੁਆਲੇ ਪਾਰਕ ਔਰ ਹਰਿਆਵਲੀ ਆ, ਤਾਂ ਮੈਂ ਉੱਥੇ ਸਵੇਰ ਸਵੇਰੇ ਜਦੋਂ ਮੈਂ ਟਹਿਲਦੀ ਹਾਂ ਤਾਂ ਫਿਰ ਉਸ ਸਮੇਂ ਦੇ ਵਿੱਚ ਮੈਂ ਇਹ ਅਪ੍ਰੈਲ ਮਹੀਨੇ ਦੇ ਵਿੱਚ ਲਿਖਿਆ ਸੀ ਆਈ ਮਿਸ ਯੂ ਕਵਿਤਾ। ਵੈਸੇ ਤਾਂ ਉੱਤੇ ਉਹਦਾ ਮੈਨੂੰ ਸਿਰਲੇਖ ਇਸ ਤੋਂ ਵਧੀਆ ਨਹੀਂ ਲੱਗਿਆ, ਆਈ ਮਿਸ ਯੂ। ਉਦੋਂ ਜਦੋਂ ਸਾਤਵਿਕ ਪਲਾਂ 'ਚ, ਉਦੋਂ ਜਦੋਂ ਸਾਤਵਿਕ ਪਲਾਂ 'ਚ ਤਾਰੇ ਰਾਤ ਦੀ ਚੰਗੇਰ 'ਚ ਸੁੱਚੇ ਜਜ਼ਬੇ ਸਾਂਭ ਰਹੇ ਹੁੰਦੇ, ਉਦੋਂ ਜਦੋਂ ਸਾਤਵਿਕ ਪਲਾਂ 'ਚ
ਤਾਰੇ ਰਾਤ ਦੀ ਚੰਗੇਰ 'ਚ ਸੁੱਚੇ ਜਜ਼ਬੇ ਸਾਂਭ ਰਹੇ ਹੁੰਦੇ, ਮੇਰੇ ਟੈਰਿਸ ਤੇ ਹਵਾ ਫੁੱਲਾਂ ਦਾ ਚੁੰਮਣ ਲੈਣ ਆਉਂਦੀ। ਮੇਰੇ ਟੈਰਿਸ ਤੇ ਹਵਾ ਫੁੱਲਾਂ ਦਾ ਚੁੰਮਣ ਲੈਣ ਆਉਂਦੀ, ਰੁੱਖਾਂ ਦੀਆਂ ਵਿਰਲਾਂ 'ਚੋਂ ਚਾਨਣੀ ਜਿਉਂਦੇ ਹੋਣ ਦਾ ਅਹਿਸਾਸ ਕਰਾਉਂਦੀ। ਗੁਆਂਢੀ ਦਾ ਕੁੱਤਾ ਹਲਕਾ ਹੋਣ ਪਾਰਕ ਵਿੱਚ ਜਾਂਦਾ, ਸੋਚ ਦੇ ਦਿਸਹੱਦੇ ਤੇਰੀ ਛੋਹ ਮਹਿਸੂਸ ਕਰਦੇ। ਜੀ ਸੋਚ ਦੇ ਦਿਸਹੱਦੇ ਤੇਰੀ ਛੋਹ ਮਹਿਸੂਸ ਕਰਦੇ, ਮਿੱਠੜੀ ਯਾਦ ਸੈਵਨ ਹੀ ਅੰਗ ਅੰਗ 'ਚ ਧੜਕਦੀ। ਮਿੱਠੜੀ ਯਾਦ ਸੈਵਨ ਹੀ ਅੰਗ ਅੰਗ 'ਚ ਧੜਕਦੀ। ਆਪਣੇ ਆਪਣੇ ਮੋਬਾਈਲ ਤੇ ਆਪਾਂ ਇੱਕ ਦੂਜੇ ਨੂੰ ਮਿਸ ਕਰਦੇ। ਆਪਣੇ ਆਪਣੇ ਮੋਬਾਈਲ ਤੇ ਆਪਾਂ ਇੱਕ ਦੂਜੇ ਨੂੰ ਮਿਸ ਕਰਦੇ। ਸਵੇਰ ਹੋ ਜਾਣ ਤੇ ਵੀ ਰਾਤ ਮੇਰੇ ਸਿਰਹਾਣੇ ਅਟਕੀ ਰਹਿੰਦੀ। ਬਹੁਤ ਖੂਬਸੂਰਤ ਕਵਿਤਾਵਾਂ ਨੇ, ਨਵੇਂ ਮੈਟਾਫਰ ਦੀਆਂ ਕਵਿਤਾਵਾਂ ਨੇ। ਮੈਡਮ ਦੀ ਖੂਬਸੂਰਤੀ ਇਸ ਗੱਲ ਦੇ ਵਿੱਚ ਹੈ ਕਿ ਇਹਨਾਂ ਨੇ ਨਵੇਂ ਦੌਰ ਦੇ ਨਵੇਂ ਅਹਿਸਾਸਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹਨਾਂ ਦੀ ਕਿਤਾਬ ਹੈ ਜਿਹੜੀ ਐਨੀਮੇਟਡ ਰਿਸ਼ਤੇ, ਜਿਹੜੀ ਨਵੀਂ ਕਿਤਾਬ ਹੈ ਕਵਿਤਾ ਦੀ, ਉਹਦੇ ਵਿੱਚ ਬਹੁਤੀਆਂ ਕਵਿਤਾਵਾਂ ਨਵੇਂ ਮੈਟਾਫਰ ਦੀਆਂ ਕਵਿਤਾਵਾਂ ਨੇ ਕਿ ਅੱਜ ਦੇ ਦੌਰ ਦੇ ਵਿੱਚ ਜਿਵੇਂ ਅਹਿਸਾਸ ਬਦਲ ਰਹੇ ਨੇ, ਜਿਵੇਂ ਚੇਤਨਾ ਬਦਲ ਰਹੀ ਹੈ, ਜਿਵੇਂ ਟੈਕਨੋਲੋਜੀ ਆ ਰਹੀ ਹੈ, ਉਸ ਟੈਕਨੋਲੋਜੀ ਨੇ ਬੰਦੇ ਨੂੰ ਕਿਵੇਂ ਖੰਡਿਤ ਕੀਤਾ ਹੈ, ਕਿਵੇਂ ਬੰਦੇ ਨੂੰ ਇਕੱਲਾ ਕੀਤਾ ਹੈ, ਉਹਦੇ ਵਿੱਚ ਬੰਦਾ ਜਿਉਣ ਲਈ ਕਿਵੇਂ ਹੱਥ ਪੱਲੇ ਮਾਰਦਾ ਹੈ, ਕਿਵੇਂ ਅਹਿਸਾਸਾਂ ਦੀਆਂ ਕੰਨੀਆਂ ਫੜਨ ਦੀ ਕੋਸ਼ਿਸ਼ ਕਰਦਾ ਹੈ, ਉਹ ਸਾਰੇ ਹਲਕੇ ਹਲਕੇ ਅਹਿਸਾਸ ਮੈਡਮ ਦੀ ਕਵਿਤਾ ਦੇ ਵਿੱਚ ਨੇ। ਇਸ ਤੋਂ ਪਹਿਲਾਂ ਕਿ ਆਪਾਂ ਮੈਡਮ ਨੂੰ ਹੋਰ ਸੁਣੀਏ, ਮੈਂ ਬਹੁਤ ਬਹੁਤ ਸਵਾਗਤ ਕਰਦਾ। ਬਹੁਤ ਸਾਰੇ ਦੋਸਤ ਸਾਡੇ ਨਾਲ ਸ਼ਾਮਲ ਹੋਏ ਨੇ, ਡਾਕਟਰ ਰਵਿੰਦਰ ਕੌਰ, ਐਸ ਬਲਵੰਤ ਜੀ, ਬਲਵਿੰਦਰ ਕੌਰ ਮੈਡਮ, ਦਰਸ਼ਨ ਜੋਗਾ ਜੀ, ਭੁਪਿੰਦਰ ਕੌਰ, ਰਮੇਸ਼ ਰੰਗੀਲਾ ਜੀ, ਗੁਰਲਾਬ ਸਿੰਘ, ਗੁਰਜੀਤ ਕੌਰ ਮੈਡਮ, ਗੁਰਪ੍ਰੀਤ ਕੌਰ, ਜਗਦੀਸ਼ ਰਾਏ ਕੁਲਰੀਆਂ ਜੀ, ਸਵਰਨ ਸਿੰਘ ਮੈਡਮ, ਵੀਨਾ ਅਰੋੜਾ, ਜਸਵਿੰਦਰ ਸਿੰਘ, ਕੁਲਦੀਪ ਕੌਰ, ਇਹ ਸਾਰੇ ਦੋਸਤ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ। ਮਲਕੀਤ ਸਿੰਘ, ਇਸ ਤੋਂ ਇਲਾਵਾ ਕੁਝ ਦੋਸਤਾਂ ਦੇ ਨਾਂ ਵੀ ਨਹੀਂ ਆ ਰਹੇ, ਉਹਨਾਂ ਦੇ ਫੋਨ ਦੇ ਨਾਂ ਸ਼ੋ ਹੋ ਰਹੇ ਨੇ, ਉਹ ਪਲੀਜ਼ ਇਸ ਤੋਂ ਬਾਅਦ ਆਪਣੇ ਨਾਂ ਜ਼ਰੂਰ ਐਡਿਟ ਕਰਨ। ਇਕਬਾਲ ਸਿੰਘ ਸਾਡੇ ਨਾਲ ਸ਼ਾਮਲ ਹੋਏ ਨੇ, ਸੰਦੀਪ ਸਿੰਘ ਸਾਡੇ ਨਾਲ ਸ਼ਾਮਲ ਹੋਏ ਨੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਖੁਸ਼ੀ ਇਸ ਗੱਲ ਦੀ ਹੈ ਕਿ ਅਸੀਂ ਤਕਨਾਲੋਜੀ ਦੀ ਮਦਦ ਦੇ ਨਾਲ ਜਿਹੜੀਆਂ ਭੂਗੋਲਿਕ ਹੱਦਾਂ ਸਰਹੱਦਾਂ ਨੇ ਉਹਨਾਂ ਨੂੰ ਕ੍ਰਾਸ ਕੀਤਾ ਹੈ। ਵੈਸੇ ਅਸੀਂ ਇਹ ਸੰਭਵ ਨਹੀਂ ਸੀ, ਅਸੀਂ ਚੰਡੀਗੜ੍ਹ ਪ੍ਰੋਗਰਾਮ ਕਰਦੇ ਸੀ ਜਾਂ ਅਸੀਂ ਲੁਧਿਆਣੇ ਪ੍ਰੋਗਰਾਮ ਕਰਦੇ ਸੀ ਜਾਂ ਅਸੀਂ ਮਾਨਸਾ ਪ੍ਰੋਗਰਾਮ ਕਰਦੇ ਸੀ ਤਾਂ ਅੰਮ੍ਰਿਤਸਰ ਵਾਲੇ ਮਾਨਸਾ ਨਹੀਂ ਜਾ ਸਕਦੇ ਸੀ, ਮਾਨਸਾ ਵਾਲੇ ਅੰਮ੍ਰਿਤਸਰ ਨਹੀਂ ਜਾ ਸਕਦੇ ਸੀ, ਚੰਡੀਗੜ੍ਹ ਵਾਲੇ ਨਵਾਂ ਸ਼ਹਿਰ ਨਹੀਂ ਜਾ ਸਕਦੇ ਸੀ ਤੇ ਨਵਾਂ ਸ਼ਹਿਰ ਵਾਲੇ ਚੰਡੀਗੜ੍ਹ ਨਹੀਂ ਆ ਸਕਦੇ ਸੀ। ਤੇ ਇਸ ਵੇਲੇ ਕੋਈ ਬੰਦਿਸ਼ ਨਹੀਂ ਹੈਗੀ, ਅਸੀਂ ਕਿਤੋਂ ਵੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹਾਂ। ਇਹ ਵੀ ਸ਼ਾਇਦ ਸੰਕਟ ਕਾਲ, ਕਿਉਂਕਿ ਸੰਕਟ ਕਾਲ ਕੱਲੀਆਂ ਦੁਸ਼ਵਾਰੀਆਂ ਨਹੀਂ ਹੁੰਦੀਆਂ, ਸੰਕਟ ਕਾਲ ਦੇ ਵਿੱਚ ਕੱਲੀਆਂ ਖੁਆਰੀਆਂ ਨਹੀਂ ਹੁੰਦੀਆਂ, ਸੰਕਟ ਕਾਲ ਦੇ ਵਿੱਚ ਸੰਕਟ ਕਾਲ ਨਵੇਂ ਮੌਕੇ ਵੀ ਹੁੰਦਾ ਹੈ, ਸੰਕਟ ਕਾਲ ਨਵੀਆਂ ਚੁਣੌਤੀਆਂ ਵੀ ਹੁੰਦਾ ਹੈ। ਜੇ ਅਸੀਂ ਪੋਜ਼ਿਟਿਵਲੀ ਕਦੇ ਸੰਕਟ ਕਾਲ ਨੂੰ ਲਈਏ ਤਾਂ ਉਹਦੇ ਵਿੱਚ ਬਹੁਤ ਕੁਝ ਸਾਡੇ ਅੰਦਰ ਨਵਾਂ ਐਡ ਹੁੰਦਾ ਹੈ। ਅੱਜ ਦੇ ਦੌਰ ਨੇ ਜੋ ਅਸੀਂ ਆਨਲਾਈਨ ਮੀਟਿੰਗ ਕਰ ਰਹੇ ਹਾਂ, ਜੋ ਵਰਚੁਅਲ ਮੀਟਿੰਗਾਂ, ਜੋ ਸੈਮੀਨਾਰ ਦੀ ਜਗ੍ਹਾ ਤੇ ਵੈਬੀਨਾਰ ਆ ਗਈ ਤੇ ਬੰਬਾਂ ਦੀ ਥਾਂ ਤੇ ਹੈਲਥ ਏਜੰਡੇ ਤੇ ਆ ਗਈ, ਤਾਂ ਇਹ ਸਾਰੀਆਂ ਚੀਜ਼ਾਂ ਨਵੇਂ ਦੌਰ ਦੇ ਬਦਲਾਅ ਨੇ ਜਿਹੜੇ ਉਹ ਸਾਡੇ ਚ ਆ ਰਹੇ ਨੇ। ਤੇ ਮੈਡਮ ਮੈਂ ਅਗਲੀ ਗੱਲ ਤੁਹਾਡੇ ਨਾਲ ਇਸ ਰੂਪ ਦੇ ਵਿੱਚ ਜੁੜੂੰਗਾ ਕਿ ਇਹ ਜਿਹੜਾ ਨਵਾਂ ਦੌਰ ਹੈ ਇਹ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿਹੋ ਜਿਹੀਆਂ ਤਬਦੀਲੀਆਂ ਲੈ ਕੇ ਆ ਰਿਹਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜ਼ਿੰਦਗੀ ਜਿਉਣ ਦੀ ਜਿਹੜੀ ਰੇਖਾ ਉਹ ਕਿਹੋ ਜਿਹੀ ਹੋਊਗੀ, ਕਿਸ ਦਿਸ਼ਾ ਦੇ ਵਿੱਚ ਸਾਡੀ ਜ਼ਿੰਦਗੀ ਜਾਊਗੀ? ਇਹ ਕਰੋਨਾ ਫੇਜ਼ ਸਾਡੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ? ਆਉਣ ਵਾਲੇ ਸਮੇਂ ਦੇ ਵਿੱਚ ਕੀ ਦਿਸਹੱਦੇ ਹੋਣਗੇ ਇਸ ਫੇਜ਼ ਦੇ? ਡਾਕਟਰ ਸਾਹਿਬ, ਆਉਣ ਵਾਲਾ ਸਮਾਂ ਜਿਹੜਾ ਹੈ ਉਹ ਅੱਗੇ ਨਾਲੋਂ ਮਨੁੱਖ ਨੂੰ ਬਹੁਤ, ਮੈਨੂੰ ਲੱਗਦਾ ਹੈ ਕਿ ਸੁਚੇਤ ਹੋ ਕੇ ਜਿਉਣਾ ਪਊਗਾ। ਅਜੇ ਪਤਾ ਨਹੀਂ ਕਿ ਕਿੰਨਾ ਸਮਾਂ ਤੱਕ ਇਹ ਜਿਹੜਾ ਸੰਕਟ ਹੈ, ਇਸ ਬਿਮਾਰੀ ਦਾ ਡਰ ਹੈ, ਖੌਫ ਹੈ, ਉਹ ਸਾਡੇ ਤੇ ਹਾਵੀ ਰਹੇਗਾ। ਮੈਨੂੰ ਲੱਗਦਾ ਹੈ ਕਿ ਜੇ ਅਸੀਂ ਕਿਤੇ ਵੀ ਬਾਹਰ ਹੁਣ ਨਿਕਲਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਬਚਾਉਣ ਲਈ, ਮਤਲਬ ਇਸ ਵੇਲੇ ਸਭ ਤੋਂ ਵੱਧ ਤੁਹਾਨੂੰ ਲੱਗਦਾ ਹੈ ਕਿ ਜਿਉਣ ਦੀ ਕੀਮਤ ਹੈ, ਜ਼ਿੰਦਗੀ ਦੀ ਕੀਮਤ ਵੱਧ ਗਈ ਹੈ। ਅਸੀਂ ਆਪਣੇ ਆਪ ਨੂੰ ਬਚਾਉਣ ਦੇ ਲਈ ਬਾਕੀ ਸਭ ਕੁਝ ਛੱਡਣ ਲਈ ਤਿਆਰ ਹੁੰਦੇ ਆ। ਤੇ ਦੋ ਚੀਜ਼ਾਂ ਮੈਂ ਵੇਖੀਆਂ ਕਿ ਇੱਕ ਜਿਉਂਦੇ ਰਹਿਣਾ, ਤੇ ਜਿਉਂਦੇ ਰਹਿਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਕਿ ਰੋਟੀ ਬੰਦੇ ਨੂੰ ਨਸੀਬ ਹੋਵੇ।
ਅਸੀਂ ਵੱਡੀਆਂ ਵੱਡੀਆਂ ਕਾਰਾਂ ਦੀਆਂ ਗੱਲਾਂ ਕਰਦੇ ਸੀ, ਕਾਰਾਂ ਖਰੀਦਣ ਦੀਆਂ ਗੱਲਾਂ ਕਰਦੇ ਸੀ, ਕੋਠੀਆਂ ਖਰੀਦਦੇ ਸੀ, ਚੀਜ਼ਾਂ ਨਾਲ ਘਰ ਭਰ ਲੈਂਦੇ ਸੀ, ਔਰ ਇੰਨੀ ਬੇਵਜ੍ਹਾ ਦੀ ਫਜ਼ੂਲ ਖਰਚੀ ਵੀ ਹੁੰਦੀ ਸੀ। ਬਾਹਰ ਖਾਣਾ ਖਾਂਦੇ ਸੀ, ਜੰਕ ਫੂਡ ਖਾਂਦੇ ਸੀ। ਇਸ ਸਮੇਂ ਦੇ ਵਿੱਚ ਇੱਕ ਤਾਂ ਅਸੀਂ ਜੰਕ ਫੂਡ ਤੋਂ ਪਾਸੇ ਹੋ ਗਏ, ਅਸੀਂ ਮੁੜ ਕੇ ਰੋਟੀ ਵੱਲ ਪਾਸੇ ਆ ਗਏ। ਮਾਵਾਂ ਦੇ ਭਾਵੇਂ ਕੰਮ ਵੱਧ ਗਏ, ਪਰ ਸਵਾਦ ਉਹਨਾਂ ਨੇ ਬਹੁਤ ਸਾਰੀ ਨਵੀਂ ਕੁਕਿੰਗ YouTube ਤੋਂ ਸਿੱਖੀ, ਪਰਿਵਾਰ ਨੂੰ ਖਵਾਇਆ ਪਿਆਇਆ ਚੰਗਾ। ਮੈਂ ਆਪ ਬਹੁਤ ਸਾਰੀਆਂ ਚੀਜ਼ਾਂ ਬਣਾਉਣੀਆਂ ਸਿੱਖੀਆਂ ਨੇ, ਕੇਕ ਬਹੁਤ ਸੋਹਣੇ ਬਣਾਉਣੇ ਸਿੱਖ ਲਏ। ਯਾਨੀ ਕਿ ਜਿਹੜੀ ਉਹ ਫਜ਼ੂਲ ਖਰਚੀ ਸੀ ਉਹਦੇ ਤੋਂ ਵੀ ਸਾਨੂੰ ਮੁਕਤੀ ਮਿਲੀ ਆ। ਸਾਨੂੰ ਲੱਗਦਾ ਕਿ ਇਹ ਵੀ ਫਾਲਤੂ ਆ, ਇਹ ਜਿਹੜੇ ਸੂਟ ਅਲਮਾਰੀਆਂ 'ਚ ਪਏ ਇਹਨਾਂ ਦੀ ਕੀ ਵੁਕਤ ਆ, ਪਾਉਣੇ ਆ ਨਹੀਂ ਪਾਉਣੇ। ਸੋ ਮਤਲਬ ਓਨਾ ਕੁ ਖਰਚਣ ਖਰੀਦਣ ਤੇ ਮਤਲਬ ਬੰਦੇ ਦੇ ਮਨ 'ਚ ਆਉਣ ਲੱਗ ਗਿਆ ਕਿ ਜਿੰਨਾ ਲੋੜ ਆ ਉਸ ਅਨੁਸਾਰ ਹੀ ਬੰਦੇ ਨੂੰ ਖਰੀਦਣਾ ਚਾਹੀਦਾ। ਪੈਸਾ ਜਿਹੜਾ ਆ ਉਹਨੂੰ ਸਾਂਭ ਕੇ ਰੱਖਣਾ ਵੀ ਜ਼ਰੂਰੀ ਆ। ਤੁਸੀਂ ਵੇਖੋ ਕਿਹੜਾ ਸਮਾਂ ਸੀ, ਇੱਕ ਵਾਰੀ ਇੱਕਦਮ ਉਹ ਲੱਗ ਗਈ, ਨੋਟਬੰਦੀ ਹੋ ਗਈ, ਫਿਰ ਉਸ ਤੋਂ ਬਾਅਦ GDP ਜਿਹੜੀ ਸੀ ਉਹ ਪ੍ਰਭਾਵਿਤ ਹੋਈ, ਆਰਥਿਕ ਅਵਸਥਾ ਦੇਸ਼ ਦੀ, ਬੇਰੁਜ਼ਗਾਰੀ ਬਹੁਤ ਸਾਰੀ ਜ਼ਿਆਦੇ ਵੱਧ ਚੁੱਕੀ ਆ। ਤੁਸੀਂ ਮੈਂ ਅੰਦਾਜ਼ਾ ਲਾ ਰਹੀ ਹੁੰਦੀ ਆ, ਜਦੋਂ ਰਸਤੇ ਦੇ ਵਿੱਚ ਕੋਈ ਗਮਲੇ ਵੇਚਣ ਵਾਲਾ, ਕੋਈ ਨਰਸਰੀ ਵਾਲਾ ਬੰਦ ਹੋ ਗਈਆਂ ਰਸਤੇ 'ਚ ਆਉਂਦੇ ਜਾਂਦੇ, ਹੋਰ ਵੀ ਰੈਸਟੋਰੈਂਟਸ ਦਾ ਬੁਰਾ ਹਾਲ ਆ। ਵਿਆਹ ਨਹੀਂ ਹੋ ਰਹੇ ਤਾਂ ਜਿਹੜੇ ਵੇਟਰ ਨੇ, ਲੋਕ ਨੇ, ਤੁਸੀਂ ਵੇਖਿਆ ਝੋਨਾ ਲਾਉਣ ਵਾਲੇ ਸਾਡੇ ਮਜ਼ਦੂਰ ਇੱਥੋਂ ਚਲੇ ਗਏ ਨੇ, ਕੰਮ ਕਰਨ ਵਾਲੇ। ਮਤਲਬ ਕਿ ਇੰਨੀ ਜ਼ਿਆਦਾ ਤਕਲੀਫ ਜ਼ਦਾ ਹੋ ਗਈ ਹੈ ਆਮ ਵਿਅਕਤੀ ਦੀ ਜ਼ਿੰਦਗੀ। ਸਾਡੇ ਕੋਲੇ ਚਲੋ ਠੀਕ ਹੈ ਤਨਖਾਹਾਂ ਆਉਂਦੀਆਂ, ਪਰ ਜਿਹੜੇ ਵੱਡੇ ਵੱਡੇ ਮਤਲਬ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਅਸੀਂ ਅਮੀਰਾਂ ਦੀ ਉਹਦੇ 'ਚ ਰੱਖਦੇ ਸੀ, ਉਹ ਵੀ ਹੁਣ ਗਰੀਬਾਂ ਦੇ ਵਿੱਚ ਆ ਗਏ ਨੇ। ਤੇ ਕੁਝ ਕੁ ਲੋਕਾਂ ਨੂੰ ਜਿਨ੍ਹਾਂ ਦੇ ਕੋਲੇ ਇੰਟਰਨੈਟ, ਗੂਗਲ, ਅੰਬਾਨੀਜ਼ ਵਰਗੇ ਨੇ, ਉਹ ਹੋਰ ਅਮੀਰ ਹੋ ਗਏ ਨੇ। ਯਾਨੀ ਜਿਹੜੇ ਚੰਗੇ ਘਰਾਂ ਦੀ ਆਪਾਂ ਗਿਣਤੀ ਕਰਦੇ ਸੀ ਆਰਥਿਕਤਾ ਦੇ ਵਿੱਚ, ਉਹ ਹੋਰ ਘਟ ਗਈ ਆ। ਸੋ ਗਰੀਬ ਬਹੁਤ ਜ਼ਿਆਦਾ ਹੋ ਗਏ ਆ ਅਸੀਂ ਸਾਰੇ ਹੀ, ਮਤਲਬ ਆਰਥਿਕਤਾ ਦੇ ਤੌਰ ਦੇ ਉੱਤੇ। ਚੀਜ਼ਾਂ ਵਸਤਾਂ ਜਿਹੜੀਆਂ ਨੇ ਉਹ ਮਹਿੰਗੀਆਂ ਵੀ ਹੋਈਆਂ ਨੇ। ਔਰ ਇਹਦੇ ਨਾਲ ਇਹ ਹੋਇਆ ਕਿ ਮਨੁੱਖ ਨੂੰ ਸਮਝ ਆਈ ਕਿ ਨੰਬਰ 1 ਜਿਉਂਦੇ ਰਹਿਣਾ, ਨੰਬਰ 2 ਜਿਉਂਦੇ ਰਹਿਣ ਲਈ ਜਿੰਨੀਆਂ ਕੁ ਲੋੜੀਂਦੀਆਂ ਵਸਤਾਂ ਨੇ ਉਨੀਆਂ ਕੁ ਰੱਖੋ, ਬਾਕੀ ਤੁਸੀਂ ਲੋੜ ਨਹੀਂ ਹੈ। ਵਿਆਹ ਦੇਖੋ ਸਾਦੇ ਹੋ ਗਏ, ਭੋਗ ਬਿਲਕੁਲ ਸਾਦੇ ਹੋ ਗਏ। ਕੋਈ ਭੋਗ, ਕੋਈ ਡੈਥ ਦੀ ਤੁਹਾਨੂੰ ਸੂਚਨਾ ਦਿੰਦਾ ਤੇ ਨਾਲ ਇਹ ਵੀ ਕਹਿੰਦਾ ਕਿ ਆਉਣ ਦੀ ਲੋੜ ਨਹੀਂ, ਕਿ ਤੁਸੀਂ ਸੁਰੱਖਿਅਤ ਰਹੋ। ਇੱਥੋਂ ਤੱਕ ਕਿ ਪਿੱਛੇ ਇੱਥੇ ਮੋਹਾਲੀ ਦੇ ਵਿੱਚ ਡੈਥ ਹੋ ਗਈ ਸਾਡੇ ਕਰੀਬੀਆਂ ਦੇ ਵਿੱਚ, ਤੇ ਸ਼ਾਮ ਨੂੰ ਜਦੋਂ 5 ਵਜੇ ਸੂਚਨਾ ਮਿਲੀ ਤਾਂ ਅਗਲੇ ਦਿਨ ਹੀ ਜਾਇਆ ਜਾ ਸਕਿਆ। ਤੇ ਉੱਥੇ ਵੀ ਉਹਨਾਂ ਨੇ ਕਿਹਾ ਜੀ ਲੇਡੀਜ਼ ਘਰੇ ਹੀ ਰਹਿ ਜਾਓ, ਉੱਥੇ ਕ੍ਰੀਮੇਸ਼ਨ ਗਰਾਊਂਡ 'ਚ ਨਹੀਂ ਜਾਣਾ। ਬਾਬਾ ਜੀ ਜਿਹੜੇ ਅਰਦਾਸ ਕਰਨ ਵਾਲੇ ਗੁਰਦੁਆਰੇ ਦੇ ਭਾਈ ਜੀ, ਉਹ ਵੀ ਆਉਣੋਂ ਉਹਨਾਂ ਨੇ ਮਨਾ ਕਰਤਾ। ਗੁਰਦੁਆਰਾ ਸਾਹਿਬ 'ਚ ਭੋਗ ਸਮੇਂ ਮਤਲਬ ਅਲਾਉਣੀਆਂ ਦਾ ਜਿਹੜਾ ਪਾਠ ਹੋਣਾ ਸੰਸਕਾਰ ਤੋਂ ਬਾਅਦ, ਉਹ ਵੀ ਗੁਰਦੁਆਰੇ ਦੇ ਵਿੱਚ ਨਹੀਂ ਜਾ ਸਕੇ। ਘਰ ਦੇ ਵਿੱਚ ਹੀ ਬਾਬਾ ਜੀ ਦੀ ਸੈਂਚੀਆਂ ਰੱਖ ਕੇ ਤੇ ਅਲਾਉਣੀਆਂ ਦਾ ਪਾਠ ਕਰਕੇ, ਦੇਗ ਬਣਾ ਕੇ ਤੇ ਘਰੇ ਹੀ ਜਿਹੜੇ ਸੰਸਕਾਰ ਤੋਂ ਬਾਅਦ ਉੱਥੇ ਉਹਨਾਂ ਦਾ ਅਰਦਾਸ ਕੀਤੀ ਗਈ। ਸੋ ਭੋਗ, ਮਰਨਾ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸਾਦਗੀ ਆਈ ਆ, ਤੇ ਇਹਦਾ ਇੱਕ ਫਾਇਦਾ ਵੀ ਆ। ਦੂਸਰੀ ਗੱਲ ਇਹ ਆ ਕਿ ਮੈਨੂੰ ਲੱਗਦਾ ਹੁੰਦਾ ਸੀ, ਆਪਾਂ ਸੋਚਦੇ ਹੁੰਦੇ ਸੀ ਕਿ ਐਟੋਮਿਕ ਐਨਰਜੀ ਜਾਂ ਐਟਮ ਬੰਬ ਦੀ ਹੁਣ ਲੋੜ ਨਹੀਂ ਹੈਗੀ ਬੰਦੇ ਨੂੰ ਮਾਰਨ ਲਈ। ਪਹਿਲਾਂ ਤਾਂ ਉਹਨਾਂ ਦੇ ਤੁਸੀਂ ਮਨਾਂ ਨੂੰ ਪ੍ਰਦੂਸ਼ਿਤ ਕਰ ਦਿਓ, ਉਹਨਾਂ ਦੀ ਸੋਚ ਨੂੰ ਪ੍ਰਭਾਵਿਤ ਕਰ ਦਿਓ, ਤੇ ਫਿਰ ਹੁਣ ਅੱਜ ਕੱਲ੍ਹ ਤਾਂ ਇਹ ਵਾਇਰਸ ਜਿਹੜਾ ਹੈ ਉਹਨੂੰ ਤੁਸੀਂ ਛੱਡ ਦਿਓ, ਤੇ ਮੈਨੂੰ ਲੱਗਦਾ ਹੈ ਕਿ ਬਹੁਤਾ ਨਹੀਂ ਹੈਗਾ ਕਿਸੇ ਦੇਸ਼ ਨੂੰ ਤਬਾਹ ਕਰਨਾ, ਨੌਜਵਾਨਾਂ ਦੀ ਸੋਚ ਨੂੰ ਤਬਾਹ ਕਰਨਾ। ਪਹਿਲਾਂ ਅਸੀਂ ਨੈਟ ਰਾਹੀਂ ਕਹਿੰਦੇ ਹੁੰਦੇ ਸੀ ਕਿ ਅਸੀਂ ਕਰ ਰਹੇ ਹਾਂ, ਸਾਡੇ ਬੱਚੇ ਨਸ਼ਿਆਂ ਦੇ ਵਿੱਚ ਚਲੇ ਗਏ ਆ, ਤੇ ਹੁਣ ਉਹ ਇਸ ਤਰ੍ਹਾਂ ਨਾਲ ਕਿਸੇ ਦੇਸ਼ ਨੂੰ ਮਾਰਨਾ, ਉਹਦੀ ਸੋਚ ਨੂੰ ਪ੍ਰਭਾਵਿਤ ਕਰਨਾ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਕੋਲ ਐਗਜ਼ੈਕਟ ਸੂਚਨਾ ਨਹੀਂ ਮਿਲ ਰਹੀ, ਸਾਨੂੰ ਸਮਾਚਾਰ ਨਹੀਂ ਮਿਲ ਰਿਹਾ ਇਸ ਵੇਲੇ ਮੀਡੀਆ ਤੋਂ ਸਹੀ, ਉਹਨੂੰ ਦਬਾਇਆ ਜਾ ਰਿਹਾ, ਲੁਕੋਇਆ ਜਾ ਰਿਹਾ। ਜੇ ਚਾਈਨਾ ਨੇ ਅਟੈਕ ਕੀਤਾ ਤਾਂ ਮੇਰੇ ਮਨ 'ਚ ਆ ਰਿਹਾ ਸੀ ਕਿ ਇੱਕ ਪਾਸੇ ਅਸੀਂ ਉਹਨਾਂ ਤੋਂ ਪਟੇਲ ਸਾਹਿਬ ਦੇ ਬੁੱਤ ਬਣਵਾ ਰਹੇ ਹਾਂ, ਦੂਜੇ ਪਾਸੇ ਅਸੀਂ ਸੜਕਾਂ ਦੇ ਉਹਨਾਂ ਨੂੰ ਦੇ ਰਹੇ ਹਾਂ ਕੰਟਰੈਕਟ, ਤੇ ਕੀ ਸਾਡੀ ਉਹਨਾਂ ਨਾਲ ਇਹੋ ਜਿਹੀ ਸਾਂਝ ਆ ਜਾਂ ਇਹੋ ਜਿਹਾ ਰਿਸ਼ਤਾ ਹੈ ਕਿ ਉਹ ਸਾਡੇ ਤੇ ਅਟੈਕ ਵੀ ਕਰ ਰਹੇ ਨੇ?
ਇਹ ਕਿਹੋ ਜਿਹੇ ਰਿਸ਼ਤੇ ਹੋਏ, ਇਹ ਕਿਹੋ ਜਿਹੀਆਂ ਹੋਈਆਂ ਕਿ ਦੋਵਾਂ ਦੇਸ਼ਾਂ ਦੇ ਵਿੱਚ ਮਿੱਤਰਤਾ ਹੋਈ। ਸੋ ਇਹਦੇ ਨਾਲ ਨਾਲ ਹਾਂਜੀ ਮੈਂ ਹੁਣ ਉਸ ਸਮੇਂ ਤੇ ਆਉਣੀ ਆ ਜਿਹਦੇ ਬਾਰੇ ਤੁਸੀਂ ਮੈਨੂੰ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਵੇਂ ਇਹਦੇ ਨਾਲ ਨਿਪਟ ਸਕਾਂਗੇ। ਸੋ ਸਾਨੂੰ ਪ੍ਰੀਕਾਸ਼ਨਸ ਲੈ ਕੇ ਹਰ ਵੇਲੇ ਆਪਣੇ ਇਸ ਬਾਰੇ ਸੁਚੇਤ ਹੋ ਕੇ ਬੱਚਿਆਂ ਨੂੰ ਸਮਝਾ ਕੇ ਉਹਨਾਂ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖ ਕੇ ਨਾਲ ਲੈ ਕੇ ਫਿਰ ਅਸੀਂ ਮੈਨੂੰ ਲੱਗਦਾ ਹੈ ਕਿ ਅੱਗੇ ਵੱਧ ਸਕਾਂਗੇ। ਜੀ ਜੀ ਮੈਡਮ ਹੁਣ ਲਗਭਗ ਆਪਣਾ ਟਾਈਮ ਨੇੜੇ ਹੁੰਦਾ ਜਾ ਰਿਹਾ ਹੈ, ਕੋਈ ਨਹੀਂ ਆਪਾਂ 5-4 ਮਿੰਟ ਵੱਧ ਵੀ ਲੈ ਸਕਦੇ ਹਾਂ। ਮੈਂ ਆਖਰੀ ਸਵਾਲ ਕਰੂੰਗਾ, ਉਸ ਤੋਂ ਬਾਅਦ ਇੱਕ ਅੱਧਾ ਸਵਾਲ ਜੇ ਸ਼ਾਮਲ ਦੋਸਤ ਕੋਈ ਕਰਨਾ ਚਾਹੁੰਦੇ ਨੇ ਤਾਂ ਉਹ ਕਰ ਸਕਦੇ ਨੇ। ਆਖਰੀ ਸਵਾਲ ਮੈਡਮ ਮੇਰਾ ਇਹ ਹੈ ਕਿ ਪੰਜਾਬ ਸਾਹਿਤ ਅਕੈਡਮੀ ਦੇ ਪ੍ਰਧਾਨ ਹੋਣ ਦੇ ਨਾਤੇ ਇਸ ਸੰਕਟ ਦੇ ਦੌਰ ਦੇ ਵਿੱਚ ਆਪਣੇ ਪ੍ਰੋਗਰਾਮਾਂ ਦੀਆਂ ਤੇ ਸਾਹਿਤ ਨੂੰ ਪ੍ਰਮੋਟ ਕਰਨ ਦੀਆਂ ਆਪਣੀਆਂ ਕੀ ਦਿਸ਼ਾਵਾਂ ਹੋਣਗੀਆਂ? ਥੋੜਾ ਜਿਹਾ ਸੰਖੇਪ ਦੇ ਵਿੱਚ 1-2 ਮਿੰਟਾਂ ਦੇ ਵਿੱਚ ਇਹਨਾਂ ਬਾਰੇ ਜ਼ਰੂਰ ਚਾਨਣਾ ਪਾਓ ਕਿ ਕਿਉਂਕਿ ਅਸੀਂ ਸਾਹਿਤ ਨੂੰ ਪ੍ਰਮੋਟ ਕਰਨਾ ਹੈ ਤੇ ਸਾਹਿਤ ਨੂੰ ਬਹੁਤ ਸਾਰੀਆਂ ਚੁਣੌਤੀਆਂ ਵੀ ਨੇ ਤੇ ਸਾਹਿਤ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾ ਵੀ ਨੇ, ਤੇ ਅਸੀਂ ਬਤੌਰ ਅਕੈਡਮੀ ਦੇ ਤੌਰ ਤੇ ਅਸੀਂ ਕੀ ਇਹਦੇ ਵਿੱਚ ਕਰ ਰਹੇ ਹਾਂ? ਡਾਕਟਰ ਸਾਹਿਬ ਅਸੀਂ ਮੈਂ ਦੱਸਣਾ ਚਾਹਾਂਗੀ ਸਾਰੇ ਸਾਡੇ ਵਿਊਅਰਸ ਨੂੰ, ਦਰਸ਼ਕਾਂ ਨੂੰ ਔਰ ਜੋ ਸੁਣ ਰਹੇ ਨੇ ਦੇਖ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਫਿਜ਼ੀਕਲ ਤੌਰ ਤੇ ਇਕੱਠੇ ਨਹੀਂ ਹੋ ਸਕਦੇ, ਸਰੀਰਕ ਤੌਰ ਤੇ ਇੱਕ ਦੂਜੇ ਦੇ ਸਾਹਮਣੇ ਨਹੀਂ ਹੋ ਸਕਦੇ, ਉਦੋਂ ਤੱਕ ਅਸੀਂ ਇਸ ਨੂੰ ਮੀਡੀਏ ਰਾਹੀਂ ਹੀ ਇਸੇ ਤਰ੍ਹਾਂ ਹੀ ਆਪਾਂ ਜ਼ੂਮ ਰਾਹੀਂ ਜਾਂ ਗੂਗਲ ਜਾਂ ਫ੍ਰੀ ਕਾਨਫਰੰਸ ਕਾਲ ਰਾਹੀਂ ਅਸੀਂ ਇੱਕ ਦੂਸਰੇ ਨਾਲ ਰਾਬਤਾ ਜ਼ਰੂਰ ਕਾਇਮ ਰੱਖਾਂਗੇ। ਔਰ ਹੁਣ ਕਿਉਂਕਿ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਸ਼ਤਾਬਦੀ ਸਮਾਰੋਹ ਚੱਲਣੇ ਨੇ ਔਰ ਉਹਦੇ ਲਈ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਉਲੀਕੇ ਨੇ, ਜਿਨ੍ਹਾਂ ਦੇ ਵਿੱਚ ਪ੍ਰਾਇਮਰੀ, ਐਲੀਮੈਂਟਰੀ ਔਰ ਕਾਲਜਿਸ ਪੱਧਰ ਤੱਕ ਦੇ ਕੁਇਜ਼ ਜਿਹੜੇ ਨੇ, ਆਨਲਾਈਨ ਕੁਇਜ਼ ਉਹ ਕਰਵਾਵਾਂਗੇ ਤਾਂ ਕਿ ਬੱਚਿਆਂ ਨੂੰ ਉਸ ਬਾਰੇ ਜਾਣਕਾਰੀ ਹੋਵੇ, ਆਪਣੇ ਵਿਰਸੇ ਤੋਂ ਜਾਣ ਸਕਣ, ਉਹ ਇਸ ਔਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰ ਸਕਣ ਦਾ ਸਾਡੇ ਕੋਲ ਇਹ ਮੌਕਾ ਹੋਏਗਾ। ਔਰ ਇਹਦੇ ਨਾਲ ਨਾਲ ਕਵੀ ਦਰਬਾਰ ਜਿਹੜੇ ਉਹ ਵੀ ਆਨਲਾਈਨ ਆਪਾਂ ਕਰ ਸਕਦੇ ਹਾਂ। ਮੈਂ ਸੋਚ ਰਹੀ ਸੀ ਕਿ ਅਸੀਂ ਇਹ ਵੀ ਇੱਕ ਸ਼ੁਰੂ ਕਰੀਏ ਕਿ ਜਿਹੜੇ ਬਿਲਕੁਲ ਕਿਉਂਕਿ ਹੁਣ ਅਸੀਂ ਫਿਜ਼ੀਕਲੀ ਜੇ ਨਹੀਂ ਇਕੱਠੇ ਹੋਏ ਤਾਂ ਅਦਰਵਾਈਜ਼ ਅਸੀਂ ਜਿਵੇਂ ਅਮਰੀਕਾ ਤੋਂ ਵੀ, ਕੈਨੇਡਾ ਤੋਂ ਵੀ, ਇੰਗਲੈਂਡ ਤੋਂ ਵੀ ਸਾਡੇ ਨਾਲ ਲੇਖਕ ਜੁੜ ਸਕਦੇ ਨੇ। ਤੋ ਉਹਨਾਂ ਨੂੰ ਉਹ ਦੂਰੀਆਂ ਵੀ ਸਾਡੀਆਂ ਘੱਟ ਜਾਣਗੀਆਂ ਇਸ ਮਾਧਿਅਮ ਦੇ ਰਾਹੀਂ। ਔਰ ਇਹਦੇ ਨਾਲ ਨਾਲ ਕਵਿਤਾਵਾਂ ਅਸੀਂ ਸੋਚਿਆ ਕਿ ਰਿਕਾਰਡ ਕਰਕੇ ਇਸੇ ਤਰ੍ਹਾਂ ਅਸੀਂ ਉਹਨਾਂ ਦੀ ਪੇਸ਼ਕਾਰੀ ਜਿਹੜੀ ਆ ਪੰਜਾਬ ਸਾਹਿਤ ਅਕੈਡਮੀ ਦੀ YouTube ਦੇ ਉੱਤੇ ਅਸੀਂ ਪਾਉਂਦੇ ਰਹਾਂਗੇ ਤਾਂ ਕਿ ਉਹ ਵੀ ਚੀਜ਼ਾਂ ਜਿਹੜੀਆਂ ਨੇ ਸਾਂਭੀਆਂ ਜਾ ਸਕਣ। ਔਰ ਇਹਦੇ ਨਾਲ ਨਾਲ ਜਿਹੜੇ ਹੋਰ ਵੀ ਕੋਈ ਦ੍ਰਿਸ਼ ਨੇ, ਕੋਈ ਇਹੋ ਜਿਹੇ ਕੰਮ ਨੇ, ਕੁਝ ਪੰਜਾਬੋਂ ਬਾਹਰ ਨੇ ਸਾਡੇ, ਖਾਸ ਕਰਕੇ ਮੈਨੂੰ ਲੱਗਦਾ ਕਿ ਨਾਰੀਆਂ ਲਈ ਇੱਕ ਮੰਚ ਬਣਿਆ ਹੋਇਆ, ਨਾਰੀ ਮੰਚ ਬਣਿਆ ਔਰ ਉਹਦੇ 'ਚ ਉਹਨਾਂ ਸਾਰਿਆਂ ਨੂੰ ਇਕੱਠਾ ਕਿਸੇ ਮੰਚ ਦੇ ਉੱਤੇ ਇਸ ਮਾਧਿਅਮ ਰਾਹੀਂ ਅਸੀਂ ਸੁਣਾਂਗੇ, ਉਹਨਾਂ ਬਾਰੇ ਜਾਣਾਂਗੇ। ਔਰ ਹੋਰ ਵੀ ਕਈ ਸਾਰੇ ਪ੍ਰੋਗਰਾਮ ਨੇ ਜਿਹੜੇ ਚਿੰਤਨ ਮਨਨ, ਔਰ ਹੁਣ ਅਸੀਂ ਇੱਕ ਇਸ ਲੜੀ ਦੇ ਵਿੱਚ ਜਿਹਦੀ ਸ਼ੁਰੂਆਤ ਅੱਜ ਡਾਕਟਰ ਦੀਪ ਹੋਰਾਂ ਦੇ ਉਦਮ ਦੇ ਨਾਲ ਹੋਈ ਆ, ਇਸ ਲੜੀ ਨੂੰ ਵੀ ਅੱਗੇ ਤੋਰਦੇ ਹੋਏ ਹਰ ਰੋਜ਼ ਸਾਡਾ ਇਸ ਸਮੇਂ ਦੇ 8 ਵਜੇ ਪ੍ਰੋਗਰਾਮ ਜਿਹੜਾ ਉਹ ਹੋਏਗਾ। ਅਸੀਂ ਕਿਸੇ ਨਾ ਕਿਸੇ ਚੰਗੇ ਸਾਹਿਤਕਾਰ ਜਾਂ ਆਲੋਚਕ ਜਾਂ ਚਿੰਤਕ ਦੇ ਨਾਲ ਜੁੜਾਂਗੇ ਔਰ ਉਹਨਾਂ ਦੀ ਗੱਲਬਾਤ ਜਿਹੜੀ ਆ ਉਹ ਸੁਣਾਂਗੇ ਤਾਂ ਕਿ ਇਹ ਸਮਾਂ ਜਿਹੜਾ ਇਹ ਵੀ ਅਜਾਈ ਨਾ ਜਾਵੇ, ਅਸੀਂ ਇਸ ਸਮੇਂ ਤੋਂ ਵੀ ਕੁਝ ਨਾ ਕੁਝ ਜ਼ਰੂਰ ਸਿੱਖ ਸਕੀਏ। ਜੀ ਜੀ ਜਿਵੇਂ ਡਾਕਟਰ ਸਰਬਜੀਤ ਕੌਰ ਸੋਹਲਪੁਰਾ ਨੇ ਦੱਸਿਆ ਕਿ ਅਸੀਂ ਕਾਫੀ ਸਾਰੇ ਏਜੰਡੇ ਨੇ ਪੰਜਾਬ ਸਾਹਿਤ ਅਕੈਡਮੀ ਦੇ ਜਿਹੜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰ ਰਹੇ ਹਾਂ। ਜਿਹੜੀ ਲੜੀ ਆਪਾਂ ਸ਼ੁਰੂ ਕੀਤੀ ਹੈ ਸੰਵਾਦ ਦੀ, ਇਹਦੇ ਤਹਿਤ ਕੱਲ ਡਾਕਟਰ ਸੁਖਦੇਵ ਸਿੰਘ ਸਰਸਾ ਸਾਡੇ ਬਹੁਤ ਵੱਡੇ ਚਿੰਤਕ ਨੇ ਪੰਜਾਬੀ ਦੇ, ਉਹ ਰੂਬਰੂ ਹੋਣਗੇ। ਉਸ ਤੋਂ ਬਾਅਦ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਜਿਹੜੇ ਪ੍ਰੋਫੈਸਰ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਉਹ ਰੂਬਰੂ ਹੋਣਗੇ। ਉਸ ਤੋਂ ਬਾਅਦ ਫਿਰ ਡਾਕਟਰ ਰਵੇਲ ਸਿੰਘ ਜੋ ਦਿੱਲੀ ਤੋਂ ਸਾਡਾ ਰੂਬਰੂ ਹੋਣਗੇ। ਉਸ ਤੋਂ ਬਾਅਦ ਡਾਕਟਰ ਸਰਬਜੀਤ ਸਿੰਘ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਉਹਨਾਂ ਨੇ ਸਾਡੇ ਰੂਬਰੂ ਹੋਣਾ ਹੈ। ਸੋ ਇਸ ਤਰ੍ਹਾਂ ਇਹ ਲੜੀ ਲਗਾਤਾਰ ਚੱਲਣੀ ਹੈ। ਅਗਲੇ ਹਫ਼ਤੇ ਕੁਝ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨਾਲ ਅਸੀਂ ਏਜੰਡਾ ਤੈਅ ਕਰ ਰਹੇ ਹਾਂ। ਸੋ ਰੋਜ਼ ਨਵੇਂ ਏਜੰਡੇ, ਨਵੀਆਂ ਗੱਲਾਂ, ਨਵੀਆਂ ਪਰਤਾਂ ਜ਼ਿੰਦਗੀ ਦੀਆਂ ਤੁਹਾਡੇ ਸਾਹਮਣੇ ਆਉਣਗੀਆਂ। ਜਿਹੜੇ ਦੋਸਤ ਅੱਜ ਸ਼ਾਮਲ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਖੁਸ਼ਾਮਦੀਦ ਤੇ ਬਹੁਤ ਬਹੁਤ ਧੰਨਵਾਦ। ਤੇ ਨਾਲ ਉਹਨਾਂ ਨੂੰ ਬੇਨਤੀ ਵੀ ਹੈ ਕਿ
ਇਹਦਾ ਜਿਹੜਾ ਲਿੰਕ ਹੈ ਉਹ ਅੱਜ ਪਹਿਲਾ ਦਿਨ ਕਰਕੇ ਥੋੜਾ ਜਿਹਾ ਡਿਸਟਰਬ ਹੋਏ ਆ। ਫੇਸਬੁੱਕ ਤੇ ਸ਼ਾਇਦ ਕੁਝ ਸਮੇਂ ਲਈ ਲਾਈਵ ਹੋ ਸਕੇ, ਉਸ ਤੋਂ ਬਾਅਦ ਡਿਸਕਨੈਕਟ ਹੋ ਗਏ। ਕੱਲ ਨੂੰ ਉਹਨੂੰ ਪ੍ਰੋਪਰ ਆਪਣਾ ਹੋ ਜਾਊਗਾ। ਵੈਸੇ ਅਸੀਂ ਰਿਕਾਰਡ ਕਰ ਰਹੇ ਹਾਂ, ਉਹਨੂੰ YouTube ਤੇ ਵੀ ਪਾਵਾਂਗੇ ਇਸ ਤੋਂ ਬਾਅਦ ਸਾਰੇ ਪ੍ਰੋਗਰਾਮ ਨੂੰ। ਤੇ ਹੁਣ ਮੈਂ ਬੇਨਤੀ ਕਰਦਾ ਤੁਹਾਡੇ ਤੋਂ ਇੱਕ ਦੋ ਸਾਥੀ ਜੇ ਕੋਈ ਸਵਾਲ ਕਰਨਾ ਚਾਹੁੰਦੇ ਨੇ, ਵੈਸੇ ਤਾਂ ਟਾਈਮ ਆਪਣਾ ਲਗਭਗ ਹੋ ਗਿਆ, ਪਰ ਫਿਰ ਵੀ ਕੋਈ ਨਹੀਂ 5 ਮਿੰਟ ਆਪਾਂ ਲੈ ਸਕਦੇ ਹਾਂ। ਕੋਈ ਵੀ ਦੋਸਤ ਜੋ ਮੈਡਮ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ ਜੇ ਕੋਈ ਕੁਐਸਚਨ ਕਰਨਾ ਚਾਹੁੰਦਾ ਉਹ ਪਲੀਜ਼ ਆਪਣਾ ਮਾਈਕ ਔਨ ਕਰ ਲੇ। ਸਵਰਨ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਨੇ ਜੀ। ਸਵਰਨ ਸਿੰਘ ਜੀ ਮਾਈਕ ਔਨ ਕਰ ਲਓ ਜੀ ਆਪਣਾ, ਤੁਹਾਡਾ ਮਾਈਕ ਬੰਦ ਹੈ ਜੀ। ਸਰ ਆਪਣਾ ਮਾਈਕ ਔਨ ਕਰੋ। ਸਰ ਫੋਨ ਤੇ ਖੱਬੇ ਹੱਥ ਥੱਲੇ ਕਰਕੇ ਹੋਏਗਾ। ਕੱਪੜਾ ਖਿੱਚਦੀ ਹੈ ਨਾ, ਇਹਦੇ ਕਰਕੇ ਕੱਪੜਾ ਪਾਇਆ ਮੈਂ ਤੇ ਖਿੱਚਦੀ ਰਹਿੰਦੀ ਹਾਂ। ਚਲੋ ਇੰਨੇ ਜਿੰਨੇ ਸਰ ਅਨਮਿਊਟ ਹੁੰਦੇ ਨੇ ਉਨੀ ਦੇਰ ਤੱਕ ਕੋਈ ਹੋਰ ਸਾਥੀ ਜੇ ਕੋਈ ਸਵਾਲ ਕਰਨਾ ਚਾਹੁੰਦਾ ਹੈ। ਸਰ ਮੈਂ ਡਾਕਟਰ ਭੁਪਿੰਦਰ ਕਪੂਰਥਲਾ ਤੋਂ। ਜੀ ਮੈਮ, ਸਵਾਗਤ ਹੈ ਤੁਹਾਡਾ। ਹਾਂਜੀ ਸਰ ਮੈਂ ਪੁੱਛਣਾ ਚਾਹਾਂਗੀ ਮੈਡਮ ਨੂੰ, ਪੁੱਛਣਾ ਨਹੀਂ ਮੈਂ ਸੁਝਾਅ ਹੀ ਦੇਣਾ ਚਾਹਾਂਗੀ ਕਿ ਜਿਵੇਂ ਅਸੀਂ ਸਿਰਫ ਸਾਹਿਤਕਾਰ ਜਾਂ ਬੁੱਧੀਜੀਵੀ ਵਰਗ ਸਿਰਫ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ, ਕਿਸ ਤਰ੍ਹਾਂ ਇਹ ਜਿਹੜਾ ਡਰ ਹੈ, ਜਿਹੜਾ ਹਊਆ ਬਣਿਆ ਹੋਇਆ ਹੈ, ਕਿਸ ਆਪਣੇ ਆਪ ਨੂੰ ਸੇਵ ਕਰ ਸਕਦੇ ਨੇ। ਮੈਂ ਦੇਖਦੀ ਹਾਂ ਕਿ ਮੀਡੀਆ ਜਿਹੜਾ ਹੈ ਨਾ, ਮੀਡੀਆ ਜਿਹੜਾ ਹੈ ਇਹ ਲੋਕਾਂ ਨੂੰ ਹੋਰ ਡਰਾ ਰਿਹਾ ਹੈ। ਮੀਡੀਆ ਵੱਲੋਂ ਕੋਈ ਵੀ ਐਸੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਕਿ ਜਿਸ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਡਰ ਜਿਹੜਾ ਹੈ ਕੱਢ ਕੇ ਉਹਨਾਂ ਦੀ ਵਿਲ ਪਾਵਰ ਨੂੰ ਸਟਰੋਂਗ ਕਰਨ ਦੇ ਉਪਰਾਲੇ ਕੀਤੇ ਜਾਣ। ਸੋ ਮੇਰੀ ਬੇਨਤੀ ਇਹੀ ਹੈ ਕਿ ਅਸੀਂ ਜਦੋਂ ਇਸ ਚਰਚਾ ਦੇ ਵਿੱਚ ਸ਼ਾਮਲ ਹੋਈਏ ਤਾਂ ਇਸ ਚਰਚਾ ਦੇ ਨਾਲ ਨਾਲ ਅਸੀਂ ਸੁਣਨ ਵਾਲਿਆਂ ਨੂੰ ਪ੍ਰੇਰਿਤ ਕਰੀਏ ਕਿ ਉਹ ਸਾਰਿਆਂ ਨੂੰ ਆਪਣੀ ਵਿਲ ਪਾਵਰ ਸਟਰੋਂਗ ਕਰਨ ਦੇ ਲਈ ਤੇ ਨਾਲ ਹੀ ਇਸ ਨੂੰ ਬਚਣ ਦੇ ਜਿਹੜੇ ਉਪਾਅ ਨੇ, ਕਿਸ ਤਰ੍ਹਾਂ ਉਹ ਆਪਣੇ ਆਲੇ ਦੁਆਲੇ ਨੂੰ ਡਰ ਮੁਕਤ ਕਰ ਸਕਦੇ ਹਨ। ਸਾਡਾ ਸਾਹਿਤਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਸ ਕੋਸ਼ਿਸ਼ ਦੇ ਵਿੱਚ ਅੱਗੇ ਆਈਏ, ਕਿਉਂਕਿ ਮੀਡੀਆ ਡਰਾ ਰਿਹਾ ਹੈ, ਮੀਡੀਆ ਹਊਆ ਬਣਾ ਰਿਹਾ ਹੈ ਫਿਰ ਉਹਨਾਂ ਜੀ ਮੈਂ ਸਿਰਫ ਇਹੀ ਸੁਝਾਅ ਦੇਣਾ ਚਾਹਾਂਗੀ। ਇਸ ਤੋਂ ਪਹਿਲਾਂ ਮੈਡਮ ਜਵਾਬ ਦੇਣਾ ਆਪਾਂ। ਹਾਂਜੀ ਬਲਵੰਤ ਸਰ ਤੁਸੀਂ ਕੁਝ ਕਹਿ ਰਹੇ ਸੀ, ਮੈਡਮ ਇਕੱਠੇ ਜਵਾਬ ਦੇ ਦੇਣਗੇ ਬਾਅਦ ਦੇ ਵਿੱਚ। ਹਾਂਜੀ ਮੈਂ ਇਸ ਕਰਕੇ ਹੱਥ ਖੜਾ ਕੀਤਾ ਸੀ ਕਿ ਅਸੀਂ ਹੁਣ ਤੱਕ ਜਿਹੜੀ ਕਾਗਜ਼ ਦੀ ਕਿਤਾਬ ਹੈ, ਕਾਗਜ਼ ਤੇ ਛਪੀ ਕਿਤਾਬ ਹੈ, ਇਹਦੇ ਰਾਹੀਂ ਅਸੀਂ ਸਾਰੇ ਸਾਹਿਤ ਨੂੰ ਪ੍ਰਮੋਟ ਕਰਦੇ ਰਹੇ ਹਾਂ। ਇਹਦੇ ਰਾਹੀਂ ਅਸੀਂ 600 ਸਾਲ ਹੋ ਗਏ ਕਿਤਾਬ ਨੂੰ। ਪਹਿਲੀ ਵਾਰੀ ਕਿਤਾਬ ਜਿਹੜੀ ਛਪੀ ਸੀ 1456 ਛਪੀ ਸੀ, ਤੇ ਹੁਣ ਇਹਦਾ ਆਲਟਰਨੇਟਿਵ ਹੋ ਰਿਹਾ ਇਲੈਕਟ੍ਰੋਨਿਕ ਮੀਡੀਆ ਜਾਂ ਹੋਰ ਥਾਵਾਂ ਹੋ ਰਹੀਆਂ। ਲੇਕਿਨ ਮੇਰੀ ਸਿਰਫ ਇੰਨਾ ਰਿਕੁਐਸਟ ਜਾਂ ਸਲਾਹ ਜਾਂ ਮਤਲਬ ਉਹਨਾਂ ਤੋਂ ਪੁੱਛਣਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਕਿਤਾਬ ਪਹੁੰਚਾਉਣੀ ਹੈ ਜਾਂ ਵੇਚਣੀ ਹੈ ਜਾਂ ਉਹਦਾ ਜਿਹੜਾ ਪ੍ਰਬੰਧ ਕਰਨਾ, ਕਿਉਂਕਿ ਡਿਸਟ੍ਰੀਬਿਊਸ਼ਨ ਸਿਸਟਮ ਪੰਜਾਬੀ ਕਿਤਾਬਾਂ ਦੇ ਵਿੱਚ ਬਿਲਕੁਲ ਹੈ ਨਹੀਂ। ਮੈਂ ਅੰਗਰੇਜ਼ੀ ਦੇ ਵਿੱਚ ਪਬਲਿਸ਼ਿੰਗ ਕੀਤੀ, ਦਿੱਲੀ ਰਿਹਾ 50 ਸਾਲ ਤਕਰੀਬਨ ਕਰਦਾ ਰਿਹਾ। ਉੱਥੇ ਉਹ ਸਾਡਾ ਬੜਾ ਵਧੀਆ ਸਿਸਟਮ ਹੁੰਦਾ ਸੀ ਕਿਉਂਕਿ ਮੈਂ ਅੰਗਰੇਜ਼ੀ ਦੀ ਪਬਲਿਸ਼ਿੰਗ ਕਰਦਾ ਸੀ। ਤੇ ਮੇਰਾ ਸਿਰਫ ਇੰਨਾ ਹੀ ਹੈਗਾ ਕਿ ਜਿਹੜਾ ਆਉਣ ਵਾਲਾ ਸਮਾਂ ਆ ਉਹਦੇ ਵਿੱਚ ਤੁਸੀਂ ਕੁਝ ਆਲਟਰਨੇਟਿਵ ਸੋਚੋ, ਕਿਉਂਕਿ ਜਦ ਤੱਕ ਤੁਸੀਂ ਇਹ ਨਹੀਂ ਸੋਚੋਗੇ ਕਿ ਜਿੱਦਾਂ ਆਪਾਂ ਰੰਗਾਨਾਥ ਦਾ ਹੈਗਾ ਲਾਇਬ੍ਰੇਰੀਅਨ ਜਿਹੜੇ ਹੋਏ ਨੇ ਭੀਸ਼ਮ ਪਿਤਾਮਾ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਕਿ ਕਿਤਾਬ ਨੂੰ ਇਹਦਾ ਪਾਠਕ ਮਿਲੇ ਤੇ ਪਾਠਕ ਨੂੰ ਉਹਦੀ ਕਿਤਾਬ ਮਿਲੇ। ਇਹਦਾ ਕੀ ਇਲਾਜ ਹੈ, ਇਹਦਾ ਕੀ ਪ੍ਰਬੰਧ ਹੈ, ਇਹਦਾ ਕੀ ਕਰਨ ਬਾਰੇ ਸੋਚਿਆ ਜਾ ਰਿਹਾ ਅਕੈਡਮੀ ਵੱਲੋਂ ਜਾਂ ਕਿਸੇ? ਮੇਰੀ ਆਪਣੀ ਰਾਏ ਇਹ ਹੈ ਕਿ ਸਾਰੇ ਮਿਲ ਕੇ ਇੱਕ ਬਹੁਤ ਵੱਡੀ ਵੈਬਸਾਈਟ ਬਣਾਈਏ ਔਰ ਵੈਬਸਾਈਟ ਨੂੰ ਪ੍ਰਮੋਟ ਕਰੀਏ, ਇਸ ਤਰ੍ਹਾਂ ਜਿਸ ਤਰ੍ਹਾਂ ਕਿ ਗੂਗਲ ਕਰਦਾ ਹੈ ਜਾਂ ਐਮਾਜ਼ਨ ਕੰਮ ਕਰਦਾ ਹੈ ਜਾਂ ਬਾਰਨ ਐਂਡ ਨੋਬਲਸ ਕਰਦਾ ਹੈ ਜਾਂ ਕੋਈ ਵੀ ਐਸੀ ਸੰਸਥਾ ਜਾਂ ਕੋਈ ਇੰਡੀਵਿਜੂਅਲ ਜਾਂ ਕੁਝ ਲੋਕ। ਕਿਉਂਕਿ ਮੈਂ ਤਾਂ ਹੁਣ ਇੰਗਲੈਂਡ ਰਹਿਣਾ, ਪਹਿਲੇ ਮੈਂ ਤਾਂ ਦਿੱਲੀ ਰਹਿੰਦਾ ਹੁੰਦਾ ਸੀ, ਉਸ ਵੇਲੇ ਮੈਂ ਕਰਨ ਦਾ ਪ੍ਰੋਗਰਾਮ ਵੀ ਬਣਾਇਆ ਸੀ, ਪਰ ਹੁਣ ਮੇਰੇ ਤੋਂ ਹੋਣਾ ਨਹੀਂ। ਇਸ ਕਰਕੇ ਮੇਰੀ ਰਾਏ ਹੈ ਕਿ ਜੇ ਮੇਰੀਆਂ ਕੋਈ ਸੇਵਾਵਾਂ ਦੀ ਲੋੜ ਹੋਵੇ ਤਾਂ ਮੈਂ ਹਾਜ਼ਰ ਹਾਂ, ਪਰ ਇਹਨੂੰ ਇੱਦਾਂ ਦਾ ਕੋਈ ਆਲਟਰਨੇਟਿਵ ਸੋਚਣਾ ਪੈਣਾ, ਕਿਉਂਕਿ ਜਦ ਤੱਕ ਰੀਡਰ ਨਹੀਂ ਮਿਲੇਗਾ 200 ਕਿਤਾਬ 400 ਕਿਤਾਬ ਅਸੀਂ ਪ੍ਰਿੰਟ ਕਰ ਲੈਂਦੇ ਹਾਂ, ਔਰ ਬਲਕਿ ਪਬਲਿਸ਼ ਤਾਂ ਕਰਦੇ ਹੀ ਨਹੀਂ, ਅਸੀਂ ਸਿਰਫ ਪ੍ਰਿੰਟ ਕਰਦੇ ਹਾਂ। ਉਸ ਤੋਂ ਬਾਅਦ ਲੋਕਾਂ ਨੂੰ ਵੰਡਦੇ ਨੇ, ਲਓ ਜੀ ਇਹ ਪੜ੍ਹੋ ਤੇ ਸਾਨੂੰ ਦੱਸੋ। ਨੋ, ਕਿਤਾਬ ਦੀ ਡਿਮਾਂਡ ਆਉਣੀ ਚਾਹੀਦੀ ਹੈ, ਔਰ ਕਿਤਾਬ ਦੀ ਡਿਮਾਂਡ ਹੈਗੀ ਹੈ, ਇਹ ਨਹੀਂ ਕਿ ਨਹੀਂ ਹੈਗੀ। ਇਹ ਨਹੀਂ ਹੈਗੀ ਕਿ ਇੰਟਰਨੈਟ ਕਰਕੇ ਲੋਕਾਂ ਨੇ ਪੜ੍ਹਨਾ ਬੰਦ ਕਰਤਾ, ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਰੀਡਰ ਬੈਠਾ। ਔਰ ਮੇਰਾ ਆਪਣਾ ਐਕਸਪੀਰੀਅੰਸ ਹੈ ਕਿ ਮੈਂ ਲੋਕਾਂ ਦੇ ਗੋਦਾਮ ਖਾਲੀ ਕਰਵਾ ਦਿੱਤੇ ਸੀ
और बहुत ज्यादा किताब मैं ਉਹਦੇ ਚ ਵੇਚੀ ਸੀ। बहुत बढ़िया सर, बहुत ਵਿਕਦੀ ਹੈ बढ़िया ਅੱਜ जी बात। ਵੀ। जी जी जी। मेरी ये कुछ गल्लां ने ਜਿਹੜੀਆਂ हाँ जी, स्वर्ण सिंह जी, हाँ प्लीज थोड़ा संकेत। स्वर्ण सिंह जी प्लीज। ਡਾਕਟਰ ਸੋਲ ਐਂਡ ਡਾਕਟਰ ਦੀਪ जी ਮੈਂ ਤੁਹਾਨੂੰ ਪਰਸਨਲੀ ਵਧਾਈ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਜਿਹੜੀ ਖੜੋਤ ਹੈ ਜ਼ਿੰਦਗੀ ਦੇ ਵਿੱਚ ਉਹਦੇ ਚ ਅੱਜ ਰਵਾਨਗੀ ਭਰ ਦਿੱਤੀ ਆ। जी जी, बहुत धन्यवाद जी। ਮੈਂ ਸੱਚਮੁੱਚ 24 ਮਾਰਚ ਤੋਂ ਲੈ ਕੇ ਹੁਣ ਤੱਕ ਬਿਲਕੁਲ ਆਈਸੋਲੇਟਡ ਆ। जी जी जी। ਨਾ ਮੈਂ ਬਾਹਰ ਬਹੁਤਾ ਗਿਆ, ਨਾ ਸਭਾਵਾਂ 'ਚ ਜਾ ਸਕਿਆ। ਇਸੇ ਕਰਕੇ ਮੇਰਾ ਜੀ ਕਰਦਾ ਸੀ ਤੁਹਾਡੇ ਦਰਸ਼ਨ ਕਰਨ ਨੂੰ। ਇੱਕ ਤਾਂ ਦਰਸ਼ਨ ਹੋਏ, ਇੱਕ ਮੈਂ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਤੋਰੋਗੇ ਤੇ ਲੰਮਾ ਕਰੋਗੇ। जी जी ਡਾਕਟਰ जी। ਸਤੀਸ਼ ਵਰਮਾ ਨੂੰ ਮੇਰੇ ਵੱਲੋਂ ਵਧਾਈ ਦੇਣਾ, ਉਹਨਾਂ ਨੂੰ ਕਹਿਣਾ ਉਹ ਵੀ ਆਇਆ ਕਰਨ ਅੱਗੇ। ਆਉਣਗੇ ਜੀ, ਆਉਣਗੇ। ਬਹੁਤ ਮਿਹਰਬਾਨੀ, ਮੈਂ ਤੁਹਾਨੂੰ ਜੀ ਬਹੁਤ ਵਧਾਈ ਦੇਣਾ ਚਾਹੁੰਦਾ। ਹਾਂਜੀ, ਡਾਕਟਰ ਸਰਬਜੀਤ ਕੌਰ ਸੋਲ ਮੈਮ, ਇਹਨਾਂ 3 ਸਵਾਲਾਂ ਦੇ ਪ੍ਰਸੰਗ ਦੇ ਵਿੱਚ ਤੁਸੀਂ ਕੋਈ ਵੀ ਟਿੱਪਣੀ ਜਿਹੜੀ ਕਰਨੀ ਚਾਹੋਗੇ ਪਲੀਜ਼। ਜੀ ਸਵਰਨ ਸਿੰਘ ਸਰ, ਬਹੁਤ ਸ਼ੁਕਰੀਆ ਤੁਹਾਡਾ। ਮੈਨੂੰ ਵੀ ਬਹੁਤ ਖੁਸ਼ੀ ਹੋਈ ਤੁਹਾਨੂੰ ਵੇਖ ਕੇ। ਸਾਹਮਣੇ ਇਦਾਂ ਲੱਗਦਾ ਕਿ ਅਸੀਂ ਆਮਣੇ ਸਾਹਮਣੇ ਹੀ ਆ। ਔਰ ਐਸ ਬਲਵੰਤ ਜੀ, ਮੈਨੂੰ ਲੱਗਦਾ ਪਹਿਲੀ ਵਾਰੀ ਤੁਹਾਡੇ ਦਰਸ਼ਨ ਕੀਤੇ ਨੇ ਔਰ ਬਹੁਤ ਚੰਗਾ ਲੱਗਿਆ। ਇਸੇ ਤਰ੍ਹਾਂ ਇੱਕ ਸਵਾਲ ਹੋਰ ਸੀਗਾ ਕਿ ਸਾਨੂੰ ਪ੍ਰੇਰਿਤ ਕਰਨਾ ਚਾਹੀਦਾ। ਸੋ ਅਸੀਂ ਜ਼ਿੰਦਗੀ ਨੂੰ, ਮੈਂ ਲਿਖੇ ਵੀ ਨੇ ਅਖਬਾਰ ਦੇ ਵਿੱਚ ਵੀ, ਜਾਗਰਣ ਦੇ ਵਿੱਚ ਆਰਟੀਕਲ ਲਿਖੇ ਨੇ ਕਿ ਸਾਨੂੰ ਦੇਖੋ ਮੌਤ ਜਿਹੜੀ ਹੈ ਨਾ, ਉਹਦਾ ਡਰ ਨਹੀਂ ਹੋਣਾ ਚਾਹੀਦਾ। ਮੌਤ ਨਾਲੋਂ ਮੌਤ ਦਾ ਡਰ ਵਧੇਰੇ ਖੌਫਨਾਕ ਹੁੰਦਾ ਕਿ ਜੇ ਅਸੀਂ ਮਰ ਤਾਂ ਜਾਣਾ ਹੀ ਹੈ, ਜੇ ਉਸ ਨੂੰ ਚਿੰਤਾ ਨੂੰ ਹਰ ਵੇਲੇ ਅਸੀਂ ਮੋਢਿਆਂ ਤੇ ਲੈ ਕੇ ਤੁਰੇ ਫਿਰਾਂਗੇ ਨਾ, ਤਾਂ ਫਿਰ ਜਿਉਇਆ ਵੀ ਨਹੀਂ ਜਾਣਾ। ਸੋ ਇਸ ਜ਼ਿੰਦਗੀ ਨੂੰ ਵੀ ਜਿਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣੇ ਵਿਚਾਰਾਂ ਦੇ ਵਿੱਚ ਜਿਹੜੀ ਹੈ ਉਚਾਈ ਰੱਖਣ ਦੀ ਲੋੜ ਹੈ। ਔਰ ਕੁਝ ਨਹੀਂ ਹੁੰਦਾ, ਜਿੰਨੇ ਸਾਹ ਪਰਮਾਤਮਾ ਨੇ ਦਿੱਤੇ ਨੇ ਉਹ ਸਾਨੂੰ ਆਉਣੇ ਹੀ ਆਉਣੇ ਨੇ। ਜੇ ਇਸ ਦੇ ਨਾਲ ਮਰਨਾ ਲਿਖਿਆ ਹੈ ਤੇ ਕੋਈ ਗੱਲ ਨਹੀਂ। ਸੋ ਪੰਜਾਬੀਆਂ ਵਾਂਗੂ ਬਹਾਦਰੀ ਨਾਲ ਜਿਉਣਾ ਔਰ ਚੜ੍ਹਦੀ ਕਲਾ 'ਚ ਰਹਿਣਾ, ਇਹ ਬਹੁਤ ਜ਼ਰੂਰੀ ਹੈ। ਤੇ ਇਹਦੇ ਲਈ ਅਸੀਂ ਆਪਣੇ ਵਿਦਿਆਰਥੀਆਂ ਨੂੰ ਕਰਦੇ ਹਾਂ, ਸੁਚੇਤ ਕਰਦੇ ਹਾਂ। ਔਰ ਅੱਜ ਮੈਂ ਦੇਖ ਰਹੀ ਸੀ ਸਾਡੇ ਬੱਚੇ ਘਰ ਘਰ ਜਾ ਕੇ ਮਿਸ਼ਨ ਫਤਿਹ ਦੇ ਤਹਿਤ ਪਿੰਡਾਂ ਦੇ ਵਿੱਚ ਬੱਚੇ ਮਾਸਕ ਵੰਡ ਰਹੇ ਨੇ। ਬੱਚੇ ਉਹਨਾਂ ਨੂੰ ਹੱਥ ਧੋਣਾ ਦੱਸ ਰਹੇ ਨੇ, ਸੈਨੀਟਾਈਜ਼ਰ ਕਿਵੇਂ ਵਰਤਣਾ ਉਹ ਦੱਸ ਰਹੇ ਨੇ, ਕਿੱਦਾਂ ਅਸੀਂ ਇਸ ਤੋਂ ਬਚਾਅ ਰੱਖ ਸਕਦੇ ਹਾਂ ਉਹ ਦੱਸ ਰਹੇ ਨੇ। ਬਹੁਤ ਸੋਹਣੀਆਂ ਨਾਲ ਉਹਨਾਂ ਨੇ ਵੀਡੀਓਜ਼ ਬਣਾਉਂਦੇ ਨੇ ਕਿ ਇਹ ਜਿਹੜੇ ਨੌਜਵਾਨ ਨੇ ਨਾ, ਇਹਨਾਂ ਨੂੰ ਬਸ ਅਸੀਂ ਸੁਚੇਤ ਹੀ ਰੱਖਣਾ ਆ। ਸੋ ਮੈਡਮ, ਅਸੀਂ ਇਹ ਕੰਮ ਜ਼ਰੂਰ ਕਰ ਵੀ ਰਹੇ ਹਾਂ, ਵਿਹਾਰਕ ਤੌਰ ਤੇ ਵੀ, ਸਾਹਿਤਕ ਤੌਰ ਤੇ ਵੀ, ਜ਼ਿੰਦਗੀ ਦੇ ਵਿੱਚ ਵੀ। ਤੇ ਬਲਵੰਤ ਸਰ, ਮੈਂ ਇਹ ਕਹਿਣਾ ਚਾਹਾਂਗੀ ਕਿ ਜਿਵੇਂ ਐਮਾਜ਼ੋਨ ਦੇ ਉੱਤੇ ਕੁਝ ਮੈਂ ਪਿੱਛੇ ਦੇਖ ਰਹੀ ਸੀ, ਇੱਕ ਪਬਲਿਸ਼ਰ ਕੋਈ ਉਹਨਾਂ ਦੇ ਮੈਨੂੰ ਮੇਲ ਵੀ ਆਈ ਸੀ ਕਿ ਤੁਸੀਂ ਕਿਤਾਬ ਛਪਵਾਉਣੀ ਹੈ ਤਾਂ ਸਾਨੂੰ ਦੱਸੋ, ਔਰ ਫ੍ਰੀ ਆਫ ਕਾਸਟ ਉਹ ਕਿਤਾਬ ਛਾਪਣਗੇ। ਕੁਝ ਇਹੋ ਜਿਹਾ ਵੀ ਹੁਣ ਪਬਲਿਸ਼ਰਸ ਨੇ ਜਿਹੜੇ ਲੋੜ ਅਨੁਸਾਰ ਜਿੰਨੀ ਡਿਮਾਂਡ ਹੁੰਦੀ ਆ ਉਨੀਆਂ ਕਿਤਾਬਾਂ ਜਿਹੜੀਆਂ ਨੇ ਉਹ ਦੇਈ ਜਾਂਦੇ ਨੇ, ਜਾਂ ਐਮਾਜ਼ੋਨ ਦੇ ਰਾਹੀਂ ਵੀ ਅਸੀਂ ਕਿਤਾਬਾਂ ਨੂੰ ਦੂਸਰੇ ਹੱਥਾਂ ਤੱਕ ਪਹੁੰਚਾ ਸਕਦੇ ਨੇ। ਸਾਡੇ ਇੱਥੇ ਬਰਗਾੜੀ ਉਹਨਾਂ ਦੇ ਹੈ ਨੇ, ਉਹ ਵੀ ਬਹੁਤ ਅੱਛਾ ਕਿਤਾਬਾਂ ਦੇ ਰਹੇ ਨੇ। ਪਿੰਡਾਂ ਦੇ ਵਿੱਚ ਪੁਸਤਕਾਲੇ ਜਿਹੜੇ ਉਹ ਨੇ, ਡਾਕਟਰ ਦੀਪ ਕਿਤਾਬਾਂ ਨੂੰ ਬਹੁਤ ਪ੍ਰਮੋਟ ਕਰਦੇ ਨੇ। ਇੱਥੋਂ ਤੱਕ ਕਿ ਜਿਹੜਾ ਅਸੀਂ ਭੁੱਲ ਗਏ, ਪੰਜਾਬ ਸਾਹਿਤ ਅਕੈਡਮੀ ਦੇ ਮੰਚ ਤੋਂ ਬੱਚਿਆਂ ਦੇ ਜਿਹੜੇ ਵਰਕਸ਼ਾਪ ਲੱਗੇ ਨੇ ਕਿ 5ਵੀਂ ਕਲਾਸ 'ਚ ਪੜ੍ਹ ਰਿਹਾ ਬੱਚਾ, BA ਤੱਕ ਪੜ੍ਹ ਰਿਹਾ ਨੌਜਵਾਨ, ਉਹ ਸਾਰੇ ਹੀ ਕਵਿਤਾ, ਕਹਾਣੀ, ਲੇਖ ਲਿਖ ਰਹੇ ਨੇ ਔਰ ਉਹਨਾਂ ਦੀਆਂ ਕਿਤਾਬਾਂ ਪਬਲਿਸ਼ ਹੋ ਰਹੀਆਂ। ਬੱਚਾ 5ਵੀਂ 'ਚ ਪੜ੍ਹ ਰਿਹਾ, 8ਵੀਂ 'ਚ, ਤੇ ਉਹਦੀ ਕਿਤਾਬ ਪਬਲਿਸ਼ ਹੋਣੀ, ਇਹ ਬੜੀ ਵੱਡੀ ਜਿਹੜੀ ਮੈਨੂੰ ਲੱਗਦਾ ਹੁੰਦਾ ਕਿ ਸਾਡਾ ਇਸ ਦੇ ਵਿੱਚ ਜਿਹੜਾ ਥੋੜਾ ਬਹੁਤਾ ਯੋਗਦਾਨ ਹੈ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਲਈ, ਉਹ ਬੜਾ ਮੈਨੂੰ ਇਸ ਗੱਲ ਤੇ ਖੁਸ਼ੀ ਮਹਿਸੂਸ ਹੁੰਦੀ ਆ। ਸੋ ਅਸੀਂ ਕੋਸ਼ਿਸ਼ ਕਰਾਂਗੇ ਔਰ ਇਹਦੇ ਬਾਰੇ ਹੋਰ ਵੀ ਅੱਗੇ ਤੁਹਾਡੇ ਸੁਝਾਅ ਵੀ ਲਵਾਂਗੇ ਅਸੀਂ ਕਿਸ ਤਰ੍ਹਾਂ ਇਹਨੂੰ ਕਰ ਸਕਦੇ ਹਾਂ। ਸੋ ਅਸੀਂ ਪਰਸਨਲੀ ਇੱਕ ਦੂਜੇ ਦੇ ਨਾਲ ਰਾਬਤਾ ਕਰਕੇ ਇਹ ਤੁਹਾਡੇ ਸੁਝਾਅ ਲੈ ਕੇ ਜ਼ਰੂਰ ਇਹਦੇ ਤੇ ਮਤਲਬ ਅਮਲ ਕਰਾਂਗੇ। ਜੀ, ਬਹੁਤ ਅੱਛੀਆਂ ਗੱਲਾਂ ਜਿਹੜੀਆਂ ਮੈਡਮ ਨੇ ਕੀਤੀਆਂ ਸਾਡੇ ਨਾਲ, ਖਾਸ ਤੌਰ ਤੇ ਭਵਿੱਖ ਦੇ ਏਜੰਡੇ, ਵੈਬਸਾਈਟ ਬਣਾਉਣਾ, ਕਿਤਾਬਾਂ ਨੂੰ ਛਪਾਉਣਾ, ਕਿਤਾਬਾਂ ਨੂੰ ਪਹੁੰਚਾਉਣਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਰਚੁਅਲ ਟੈਕਸਟ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਨੇ, ਇਸ ਨੂੰ ਬੋਲਦਾ ਸਾਹਿਤ ਦੇ ਰੂਪ ਦੇ ਵਿੱਚ YouTube ਤੇ ਪਾਉਣਾ, ਇਹ ਸਾਰੇ ਕਿਤਾਬਾਂ ਦੇ ਤੇ ਸਾਹਿਤ ਦੇ ਨਵੇਂ ਪਾਸਾਰ ਨੇ। ਦੋਸਤੋ, ਦਹਿਸ਼ਤ ਤੇ ਮੌਤ ਜਿੰਨੀ ਵੱਡੀ ਮਰਜ਼ੀ ਹੋ ਜਾਏ, ਜ਼ਿੰਦਗੀ ਤੋਂ ਵੱਡੀ ਨਹੀਂ ਹੋ ਸਕਦੀ। ਬੰਦੇ ਨੇ ਅਲਟੀਮੇਟਲੀ ਜਿਉਣਾ ਹੈ,
ਤੇ ਜਿਉਣ ਦੀ ਇੱਛਾ ਹੀ ਬੰਦੇ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਜੇ ਬੰਦੇ ਨੇ ਇਸ ਦਹਿਸ਼ਤ ਦੇ ਦੌਰ ਦੇ ਵਿੱਚੋਂ ਬਾਹਰ ਨਿਕਲਣਾ ਹੈ, ਰਿਕਵਰ ਹੋਣਾ ਹੈ, ਤਾਂ ਉਹਦੇ ਵਿੱਚ ਜਿਹੜੀ ਸਾਡੇ ਅੰਦਰ ਜਿਉਣ ਦੀ ਇੱਛਾ ਹੈ, ਇਸ ਇੱਛਾ ਨੇ ਹੀ ਸਾਡਾ ਸਰਵਾਈਵਲ ਕਰਨਾ ਇਸ ਧਰਤੀ ਦੇ ਉੱਤੇ, ਤੇ ਬੰਦਾ ਸਰਵਾਈਵ ਕਰੂਗਾ ਹਰ ਹਾਲ ਦੇ ਵਿੱਚ। ਇਹ ਠੀਕ ਹੈ ਕਿ ਚੁਣੌਤੀਆਂ ਬਹੁਤ ਵੱਡੀਆਂ ਨੇ, ਤੇ ਇਹਨਾਂ ਚੁਣੌਤੀਆਂ ਨੂੰ ਇਕੱਲਾ ਸਾਹਿਤ ਨੇ ਤੇ ਸਾਹਿਤਕ ਸੰਸਥਾਵਾਂ ਨੇ ਨਹੀਂ ਨਜਿੱਠਣਾ। ਪੋਲੀਟੀਕਲ ਫਰੰਟ ਤੇ ਬਹੁਤ ਕੁਝ ਕਰਨ ਤੇ ਹੋਣ ਦੀ ਲੋੜ ਹੈ। ਮੀਡੀਆ ਆਪਣੇ ਪੱਧਰ ਤੇ ਇਹਦੇ ਵਿੱਚ ਨਾ ਪੱਕੀ ਭੂਮਿਕਾ ਨਿਭਾ ਰਿਹਾ ਹੈ, ਉਹਨੂੰ ਵੀ ਦੇਖਣ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਪਰ ਅਸੀਂ ਕਿਉਂਕਿ ਸਾਹਿਤ ਦੇ ਨਾਲ ਜੁੜੇ ਹੋਏ ਹਾਂ, ਤੇ ਸਾਹਿਤ ਜ਼ਿੰਦਗੀ ਦਾ ਸ਼ੀਸ਼ਾ ਹੈ, ਸਾਹਿਤ ਜ਼ਿੰਦਗੀ ਦਾ ਦਰਪਣ ਹੈ, ਸਾਹਿਤ ਜ਼ਿੰਦਗੀ ਨੂੰ ਰਿਫਲੈਕਟ ਕਰਦਾ ਹੈ, ਤੇ ਅਸੀਂ ਸਾਡੇ ਸਾਹਿਤ ਰਾਹੀਂ ਜ਼ਿੰਦਗੀ ਰਿਫਲੈਕਟ ਵੀ ਹੋਣੀ ਹੈ, ਤੇ ਅਸੀਂ ਆਪਣੇ ਸਾਹਿਤ ਰਾਹੀਂ ਲੋਕਾਂ ਨੂੰ ਜਿਉਣ ਜੋਗੇ ਵੀ ਬਣਾਉਣਾ ਹੈ, ਲੋਕਾਂ ਦੀ ਜਿਉਣ ਦੀ ਇੱਛਾ ਨੂੰ ਜਿਉਂਦੇ ਰੱਖਣਾ ਹੈ। ਇਹ ਸਾਹਿਤ ਦਾ ਮੁੱਢਲਾ ਫਰਜ਼ ਹੈ ਤੇ ਅਸੀਂ ਕਰ ਰਹੇ ਹਾਂ। ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੇ ਬਤੌਰ ਇਨਸਾਨ, ਬਤੌਰ ਸਾਹਿਤਕਾਰ, ਬਤੌਰ ਪੰਜਾਬ ਸਾਹਿਤ ਅਕੈਡਮੀ ਦੇ ਪ੍ਰਧਾਨ, 3 ਰੂਪਾਂ ਦੇ ਵਿੱਚ ਆਪਣੀਆਂ ਮਨ ਦੀਆਂ ਗੱਲਾਂ ਅੱਜ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤੇ ਬਹੁਤ ਖੂਬਸੂਰਤੀ ਨਾਲ ਕੀਤੀਆਂ ਨੇ। ਤੁਸੀਂ ਲਗਾਤਾਰ ਸਾਡੇ ਨਾਲ ਬਣੇ ਹੋਏ ਹੋ। ਬਹੁਤ ਸਾਰੇ ਦੋਸਤ ਬਹੁਤ ਦੂਰੋਂ ਸਾਡੇ ਨਾਲ ਜੁੜੇ ਹੋਏ ਨੇ, ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਵੀ। ਤੇ ਤੁਹਾਨੂੰ ਫਿਰ ਇੱਕ ਵਾਰ ਬੇਨਤੀ ਕਰਦੇ ਹਾਂ ਕਿ ਕੱਲ ਨੂੰ ਆਪਾਂ ਇਸੇ ਤਰ੍ਹਾਂ ਫਿਰ ਜੁੜਾਂਗੇ, ਰੋਜ਼ ਇਸੇ ਤਰ੍ਹਾਂ ਜੁੜਾਂਗੇ, ਜਦੋਂ ਤੱਕ ਤੁਸੀਂ ਚਾਹੋਗੇ ਉਦੋਂ ਤੱਕ ਜੁੜਾਂਗੇ। ਕਦੇ ਜਿਹੜੇ ਤੁਸੀਂ ਅੱਜ ਸੁਣ ਰਹੇ ਹੋ, ਕਦੇ ਤੁਹਾਨੂੰ ਬੋਲਣ ਦੀ ਵਾਰੀ ਦੇਵਾਂਗੇ ਇੱਥੇ। ਆਪਾਂ ਇਹਨੂੰ ਕੰਟੀਨਿਊਟੀ ਦੇ ਵਿੱਚ ਰੱਖਾਂਗੇ। ਅਸੀਂ ਚਾਹਾਂਗੇ ਕਿ ਸਾਹਿਤ ਦੇ ਪਲੇਟਫਾਰਮ ਤੋਂ ਲੋਕਾਂ ਦੇ ਨਾਲ ਇਸ ਤਰ੍ਹਾਂ ਜੁੜਿਆ ਜਾਵੇ। ਤੇ ਕੱਲ ਡਾਕਟਰ ਸੁਦੇਵ ਸਿੰਘ ਸਿਰਸਾ ਹੋਰੀ ਬਹੁਤ ਸਾਰੇ ਏਜੰਡੇ, ਕਿਉਂਕਿ ਬਹੁਤ ਸਾਰਾ ਕੰਮ ਹੈ ਉਹਨਾਂ ਦਾ ਮਨੁੱਖਤਾ ਲਈ, ਉਹ ਬਹੁਤ ਸਾਰੇ ਏਜੰਡੇ ਲੈ ਕੇ ਸਾਡੇ ਨਾਲ ਇੱਥੇ ਜੁਆਇਨ ਕਰਨਗੇ, ਸ਼ਾਮਲ ਹੋਣਗੇ। ਤੇ ਮੈਂ ਇੱਕ ਵਾਰੀ ਫੇਰ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਦਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਮੈਡਮ ਸੋਹਲ ਲਗਾਤਾਰ ਹੀ ਸਾਡੇ ਨਾਲ ਬਣੇ ਰਹਿਣਗੇ, ਹਰ ਰੋਜ਼ ਸਾਡੇ ਨਾਲ ਜੁੜਨਗੇ, ਕਿਉਂਕਿ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਹੈ। ਤੇ ਡਾਕਟਰ ਸਤੀਸ਼ ਕੁਮਾਰ ਵਰਮਾ, ਕੁੜੀ ਦੀ ਸਿਹਤ ਦੀ ਪ੍ਰੋਬਲਮ ਸੀ, 1-2 ਦਿਨਾਂ ਦੇ ਵਿੱਚ ਉਹ ਵੀ ਆਪਣੇ ਨਾਲ ਜੁੜਨਗੇ, ਤੇ ਇਹ ਸਿਲਸਿਲਾ ਚੱਲਦਾ ਰਹੂਗਾ। ਜ਼ਿੰਦਗੀ ਹਮੇਸ਼ਾ ਜਿੰਦਾਬਾਦ ਰਹੂਗੀ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਬਹੁਤ ਸਵਾਗਤ। ਥੈਂਕ ਯੂ।